हेलो जी, की हाल चाल है? सारे ठीक ठाक हो जी? मेरा नाम है रशीब ਤੇ ਨਾਲ ਇਹਦੇ ਹੈਗਾ ਮੈਂ ਦੁਰਲਭ ਮਿਸਟਰ ਦੁਰਲਭ ਦੁਰਲਭ ਸੰਧੂ ਦ ਮਿਲੀਅਨੇਅਰ ਐਂਟਰਪ੍ਰੈਨਿਓਰ ਜੁੜ ਚੁੱਕੇ ਨੇ ਸਾਡੇ ਨਾਲ। ਐਸਪਾਇਰਿੰਗ ਐਂਟਰਪ੍ਰੈਨਿਓਰ। ਤੇ ਆਪਾਂ ਅੱਜ ਸੋਚਿਆ ਕਿ ਯਾਰ ਪੋਡਕਾਸਟ ਬਣਾਈਏ। ਫਿਰ ਆਪਾਂ ਸੋਚਿਆ ਪੋਡਕਾਸਟ ਕਿੱਥੇ ਬਣਾਈਏ। ਫਿਰ ਆਪਾਂ ਫਿਊਚਰ ਮਲਟੀ ਮਿਲੀਅਨੇਅਰ ਬੰਦੇ ਨੂੰ ਮਿਲ ਕੇ ਕੋਈ ਵਧੀਆ ਜਿਹਾ ਪੋਡਕਾਸਟ ਬਣਾਈਏ ਜਿਸ 'ਚ ਲੋਕਾਂ ਨੂੰ ਥੋੜ੍ਹੀ ਨੌਲੇਜ ਮਿਲੇ ਕਿ ਹਾਊ ਟੂ ਸਟਾਰਟ ਅ ਬਿਜ਼ਨਸ। ਇਹਦੇ ਡਿਫਰੈਂਟ ਐਪੀਸੋਡ ਆਉਗੇ। ਇਹ ਹਾਲੇ ਫਸਟ ਐਪੀਸੋਡ ਆ। ਇਹ 'ਚ ਆਪਾਂ ਓਵਰਆਲ ਥੋੜ੍ਹਾ ਬਹੁਤ ਕਵਰ ਕਰਾਂਗੇ ਅਤੇ ਤੁਸੀਂ ਸਾਨੂੰ ਕਮੈਂਟਸ 'ਚ ਜ਼ਰੂਰ ਦੱਸਿਓ ਕਿ ਰਿਵਿਊਜ਼ ਜ਼ਰੂਰ ਦਿਓ ਕਿ ਇਹ 'ਚ ਆਪਾਂ ਗਲਤ ਸੀਗੇ ਸਹੀ ਸੀਗੇ। ਫਿਰ ਸਾਨੂੰ ਪਤਾ ਲੱਗਦਾ ਰਹੂਗਾ। ਸੋ ਇਹ ਅਨਕਟ ਪੋਡਕਾਸਟ ਆ, ਕੋਈ ਕੱਟ ਨਹੀਂ ਹੋਣਾ ਇਹਦੇ 'ਚ। ਅਤੇ ਆਪਾਂ ਇੱਕ ਦੂਜੇ ਦੀ ਬੇਇੱਜ਼ਤੀ ਨਹੀਂ ਕਰਨੀ, ਬਿਲਕੁਲ ਵੀ। ਠੀਕ ਹੈ, ਇਹ ਆਪਣਾ ਰੂਲ ਹੈ। ਅਤੇ ਨਾਲ ਆਪਾਂ ਡਰਾਈਵ ਕਰ ਰਹੇ ਹਾਂ ਕਿਉਂਕਿ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਡਰਾਈਵਸ ਹੀ ਆ ਇੱਥੇ। ਉਹ ਵੀ ਡਰਾਈਵ ਕਰਦੇ ਯੂ ਰਿਲੈਕਸ। ਸਭ ਤੋਂ ਥਿੰਕ ਅਬਾਊਟ ਤੁਸੀਂ ਵਧੀਆ ਥਾਟਸ ਸੋਚ ਸਕਦੇ ਹੋ, ਦੈਨ ਦੱਸ ਸਕਦੇ ਹੋ। ਸਭ ਤੋਂ ਵੱਡਾ ਥਾਟ ਆਉਂਦਾ ਕਿ ਕੋਈ ਐਂਟਰਪ੍ਰੈਨਿਓਰ ਆ, ਹੈ ਨਾ। ਮੇਰੇ ਕੋਲ ਇੱਕ ਆਈਡੀਆ ਆ, ਹੈ ਨਾ। ਕਈ ਵਾਰੀ ਹੁਣ ਮੈਂ ਸੁੱਤਾ ਤਾਂ ਨਹੀਂ ਹੁੰਦਾ, ਜਦੋਂ ਮੈਂ ਬੈੱਡ 'ਤੇ ਹੁੰਦਾ ਰਾਤੀ ਮੇਰੇ ਦਿਮਾਗ 'ਚ ਆਈਡੀਆ ਆਉਂਦਾ ਹੈਗਾ। ਮੈਂ ਸੋਚਦਾ ਹਾਂ ਯਾਰ ਇਹ ਵਰਕ ਕਰ ਸਕਦਾ, ਪਰ ਮੈਨੂੰ ਰਾਤ ਇਹ ਨਹੀਂ ਸਮਝ ਆਉਂਦੀ ਇਹ ਵਰਕ ਕਿੱਦਾਂ ਕਰੇਗਾ। ਸੋ ਆਈਡੀਆ ਜਦੋਂ ਆਪਾਂ ਨੂੰ ਆਉਂਦਾ ਹੈਗਾ, ਫਸਟ ਸਟੈਪ ਹੁੰਦਾ ਹੈ ਰਿਸਰਚ। ਫਸਟ ਸਟੈਪ ਹੈਗਾ ਕਿ ਲਾਈਕ ਆਪਾਂ ਦੇਖਣਾ ਕਿ ਉਹ ਵਾਲਾ ਆਈਡੀਆ ਐਟਲੀਸਟ ਤੁਹਾਡੇ ਲੋਕੈਲਿਟੀ 'ਤੇ ਕਿਸੇ ਨੇ ਤਾਂ ਨਹੀਂ ਕੀਤਾ ਹੈਗਾ। ਜੇ ਤੁਹਾਡਾ ਲੋਕਲ ਆਈਡੀਆ ਹੈਗਾ, ਜੇ ਤੁਹਾਡਾ ਗਲੋਬਲ ਆਈਡੀਆ ਹੈਗਾ, ਫਿਰ ਤੁਸੀਂ ਦੇਖੋ ਕਿ ਲਾਈਕ ਉਹ ਗਲੋਬਲੀ ਕਿਸੇ ਨੇ ਕੀਤਾ ਤਾਂ ਨਹੀਂ ਹੈਗਾ। ਜੇ ਕੀਤਾ ਹੈਗਾ ਦੈਨ ਆਲਸੋ ਇਟ ਇਜ਼ ਨਾਟ ਦੈਨ ਆਲਸੋ ਕਿ ਲਾਈਕ ਉਹ ਹਿਰਨ ਓਏ ਮਾੜਾ ਆਈਡੀਆ ਨਹੀਂ ਹੈਗਾ ਕਿ ਲਾਈਕ ਕਿਸੇ ਨੇ ਕਰ ਲਿਆ ਤਾਂ ਆਪਾਂ ਨਹੀਂ ਕਰ ਸਕਦੇ ਹੈਗੇ। ਫਿਰ ਵੀ ਤੁਸੀਂ ਕਰ ਸਕਦੇ ਹੈਗੇ ਹੋ ਕਿਉਂਕਿ ਜੋ ਤੁਸੀਂ ਸੋਚਿਆ ਹੈਗਾ ਮੇ ਬੀ ਉਹ ਥੋੜ੍ਹਾ ਡਿਫਰੈਂਟ ਸੋਚਿਆ ਹੈਗਾ। ਜੋ ਬੰਦੇ ਨੇ ਆਲਰੇਡੀ ਕੀਤਾ ਆ ਉਹ ਥੋੜ੍ਹਾ ਡਿਫਰੈਂਟ ਕੀਤਾ ਹੈਗਾ। ਫਿਰ ਤੁਸੀਂ ਉਹਦੇ 'ਤੇ ਹੋਰ ਰਿਸਰਚ ਕਰਕੇ ਉਹਨੂੰ ਥੋੜ੍ਹਾ ਮੋਟਾ ਡਿਵੈਲਪ ਕਰਨਾ ਸਟਾਰਟ ਕਰ ਦੇਣਾ ਹੈਗਾ। ਜਦੋਂ ਤੁਹਾਡਾ ਡਿਵੈਲਪਮੈਂਟ ਹੋਣੀ ਸਟਾਰਟ ਹੋ ਗਈ, ਤੁਹਾਨੂੰ ਪਤਾ ਲੱਗਣਾ ਸਟਾਰਟ ਹੋ ਜਾਏਗਾ ਕਿ ਉਹਦੀ ਟਰੈਕਸ਼ਨ ਆਉਣੀ ਸਟਾਰਟ ਹੋ ਜਾਏਗੀ। ਫਿਰ ਤੁਸੀਂ ਪਹਿਲਾਂ ਉਹਦੇ ਫਰੈਂਡਸ ਕੋਲ ਆਈਡੀਆ ਲਓ ਕਿ ਲਾਈਕ ਉਹ ਚੀਜ਼ ਚੱਲ ਸਕਦੀ ਕਿ ਨਹੀਂ ਚੱਲ ਸਕਦੀ ਹੈਗੀ। ਫਿਰ ਆਪਦੇ ਦੂਸਰੇ ਕ੍ਰਿਟਿਕਸ ਕੋਈ ਆਪਦਾ ਬਣਾਓ, ਉਹਨਾਂ ਨੂੰ ਦੇਖੋ, ਕਿਉਂਕਿ ਕੋਈ ਵੀ ਆਈਡੀਆ ਪਹਿਲੇ ਫਾਰਮ ਦੇ ਵਿੱਚ ਸਹੀ ਨਹੀਂ ਹੁੰਦਾ ਹੈਗਾ। ਇੱਕ ਇਹ ਚੀਜ਼ ਵੀ ਹੁੰਦੀ ਹੈ, ਕਈ ਹੁਣ ਡਿਪੈਂਡ ਕਰਦਾ ਸਾਰਿਆਂ ਦਾ ਫਰੈਂਡ ਸਰਕਲ ਕਿੱਦਾਂ ਦਾ। ਕਈ ਵਾਰੀ ਦੇ ਫਰੈਂਡਸ ਤੁਹਾਡੇ ਇੱਦਾਂ ਦੇ ਹੋਊਗੇ, ਤੁਹਾਨੂੰ ਆਈਡੀਆ ਥੋੜ੍ਹਾ ਜਿਹਾ ਪਤਾ ਹੋਊਗਾ, ਹੈ ਨਾ। ਉਹਨਾਂ ਨੇ ਤੁਹਾਨੂੰ ਉਹ ਤੋਂ ਵੱਧ ਉਹ ਚੀਜ਼ ਦੱਸ ਦੇਣੀ ਹੈਗੀ ਆ। ਉਹ ਤੁਹਾਨੂੰ ਹੋਰ ਜ਼ਿਆਦਾ ਇੰਨੇ ਐਨਰਜੈਟਿਕ ਵੇ ਨਾਲ ਦੱਸੂਗੇ ਕਿ ਬੰਦਾ ਵੀ ਅੱਜ ਹੀ ਸ਼ੁਰੂ ਕਰਦੀ ਆਪਾਂ। ਅਤੇ ਕਈ ਕੈਟੇਗਰੀ ਹੁੰਦੀਆਂ ਵੀ ਰਹਿਣ ਦੇ ਬਾਬੇ ਛੱਡ ਪਰਾਂ। ਤੁਹਾਡੇ ਫਰੈਂਡਸ ਇਹ ਡਿਪੈਂਡ ਕਰਦਾ ਫਰੈਂਡ ਸਰਕਲ ਬਹੁਤ ਮੈਟਰ ਕਰਦਾ ਹੈਗਾ ਤੁਹਾਡੀ ਗਰੋਥ ਦੇ ਵਿੱਚ। ਸਰਕਲ ਵੀ ਬਹੁਤ ਮੈਟਰ ਕਰਦਾ, ਇਹ ਗੱਲ ਤਾਂ ਬਿਲਕੁਲ ਸਹੀ ਆ। ਅਤੇ ਦੂਜਾ ਸਵਾਲ ਆ ਜਾਂਦਾ ਜਦੋਂ ਹੁਣ ਮੰਨ ਲਓ ਮੇਰੇ ਕੋਲ ਇੱਕ ਆਈਡੀਆ ਆ, ਹੈ ਨਾ। ਮੈਨੂੰ ਪਤਾ ਕਿ ਇਹ $1 ਮਿਲੀਅਨ ਆਈਡੀਆ ਹੈ ਜਾਂ $multi million ਆਈਡੀਆ ਜਾਂ $1 ਬਿਲੀਅਨ ਆਈਡੀਆ ਹੈ। ਇਹਦੀ ਇੰਡਸਟਰੀ ਕੀ ਇੰਨਾ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਆਈਡੀਆ ਕਿੰਨੇ ਕੁ ਜੋਗਾ ਹੈਗਾ ਪਹਿਲੇ ਹੀ। ਫਿਰ ਉਹ ਗੱਲ ਆਉਂਦੀ ਕਿ ਹੁਣ ਬੰਦੇ ਨਵਾਂ ਐਂਟਰਪ੍ਰੈਨਿਓਰ ਆ, ਹੈ ਨਾ। ਅਤੇ ਉਹ ਹੁਣ ਮੇਰੇ ਰਿਸ਼ਤੇਦਾਰ ਦੇਖੋਗੇ ਸੀਰੀਅਸ ਟੌਪਿਕ ਕਰਨਾ ਪਿਆ ਅੱਜ ਕੱਲ੍ਹ। ਅੱਗੇ ਬਾਬਿਓ ਕਰਦਾ ਹੁੰਦਾ ਸੀਗਾ। ਸੰਗਤ ਦਾ ਅਸਰ ਹੋ ਗਿਆ ਜੀ ਮੇਰੇ 'ਤੇ। ਓਏ ਗਰਮੀ ਬੜੀ ਹੈ। ਅਤੇ ਐਕਵਿਟੀ ਦੀ ਗੱਲ ਆਉਂਦੀ ਕਿ ਹੁਣ ਜੋ ਕੋਈ ਨਵਾਂ ਐਂਟਰਪ੍ਰੈਨਿਓਰ ਆ ਉਹ ਸਟਾਰਟ ਕਿੱਦਾਂ ਕਰੇ। ਉਹਦੇ ਕੋਲ ਪੈਸੇ ਨਹੀਂ ਗਏ ਨੇ, ਥੋੜ੍ਹੇ ਬਹੁਤ ਪੈਸੇ ਗਿਆ। ਹਾਲੇ ਘਰ ਦੇ ਵੀ ਨਾ ਸਪੋਰਟ ਨਹੀਂ ਕਰ ਰਹੇ ਗੇ ਉਹ ਆਈਡੀਆ ਨੂੰ, ਕਿਉਂਕਿ ਲੱਗਦਾ ਨਹੀਂ ਉਹਨਾਂ ਨੂੰ ਕਿ ਲੌਠਾ ਜਿਹਾ ਕਰ ਸਕੂਗਾ ਆਪਣਾ ਬੱਚਾ। ਅਤੇ ਉਹ ਐਕਵਿਟੀ ਦਾ ਕੀ ਹਿਸਾਬ ਕਿਤਾਬ, ਆਪਾਂ ਇਨਵੈਸਟਰ ਕਿੱਦਾਂ ਲੱਭੀ ਦੇਗੇ। ਤੁਸੀਂ ਲੱਭੇ ਵੀ ਹੋਇਆ ਅਤੇ ਤੁਹਾਨੂੰ ਆਉਂਦੇ ਲੱਭਣੇ, ਮੈਨੂੰ ਉਹਦੇ ਬਾਰੇ ਦੱਸੋ ਥੋੜ੍ਹਾ। ਸਭ ਤੋਂ ਪਹਿਲੀ ਗੱਲ ਹੈਗੀ ਆ ਆਈਡੀਆ ਜੋ ਤੁਹਾਨੂੰ ਆਇਆ ਹੈਗਾ, ਆਈਡੀਆ 'ਤੇ ਕੋਈ ਇਨਵੈਸਟ ਨਹੀਂ ਕਰਦਾ ਹੈਗਾ। ਉਹ ਉਹਦੇ ਦਿਮਾਗ 'ਚੋਂ ਚੀਜ਼ ਕੱਢ ਦਿਓ। ਮੈਨੂੰ ਤਾਂ ਲੱਗਿਆ ਸੀ ਕੋਈ ਕਿਸੇ ਇਨਵੈਸਟਰ ਨੂੰ ਜਾ ਕੇ ਆਈਡੀਆ ਦੱਸੋ ਅਤੇ ਉਹਨੂੰ ਜੇ ਵਧੀਆ ਲੱਗੇ ਤੁਹਾਨੂੰ ਫਿਰ ਉਹ ਪੈਸੇ ਦੇ ਦਿੰਦਾ ਹੈਗਾ। ਇਨਵੈਸਟਰ 'ਤੇ ਡਿਪੈਂਡ ਕਰਦਾ ਹੈਗਾ। ਜੇ ਤੁਸੀਂ ਇੱਕ ਚਾਹੁੰਦੇ ਕਿ ਸਟ੍ਰੈਟੇਜਿਕ ਇਨਵੈਸਟਰ ਜੇ ਤੁਹਾਡੀ ਕੰਪਨੀ 'ਚ ਕੰਮ ਵੀ ਕਰੇ ਅਤੇ ਇਨਵੈਸਟ ਵੀ ਕਰੇ, ਉਹ ਇਨਵੈਸਟਰ ਡਿਫਰੈਂਟ ਹੁੰਦੇ ਨੇ। ਜਿਹੜੇ ਤੁਹਾਡੇ ਸਿਰਫ ਪੈਸੇ ਦੇ ਰਹੇ ਹੈਗੇ ਐਜ਼ ਅ ਲੋਨ ਦੇ ਰਹੇ ਆ ਜਾਂ ਕੋਈ ਐਜ਼ ਅ ਟੈਂਜੀਬਲ ਥਿੰਗ ਕੋਈ ਹੋਰ ਹੈਗੀ ਆ। ਨਾਟ ਓਨਲੀ ਕੰਪਨੀ 'ਤੇ ਤੁਹਾਡਾ ਆਈਡੀਆ ਚੱਲੂਗਾ ਤਾਂ ਤੁਸੀਂ ਉਹਨੂੰ ਰਿਟਰਨ ਕਰ ਸਕਦੇ ਨਾ। ਜੇ ਤੁਹਾਡੇ ਕੋਲ ਰਿਟਰਨ ਕਰਨ ਵਾਸਤੇ ਕੋਈ ਹੋਰ ਚੀਜ਼ ਹੈਗੀ ਆ ਉਹਨੂੰ ਦੇਣ ਵਾਸਤੇ, ਫਿਰ ਤੁਸੀਂ ਉਹਦੇ ਟੈਂਜੀਬਲ ਥਿੰਗ 'ਤੇ ਤੁਸੀਂ ਰੱਖ ਕੇ ਫਿਰ ਤੁਸੀਂ ਲੋਨ ਜਾਂ ਸਮਥਿੰਗ ਲੈ ਸਕਦੇ ਜਾਂ ਐਕੁਇਟੀ ਉਹਨੂੰ ਦੇ ਸਕਦੇ ਹੋ। ਜਿੱਦਾਂ ਹੁਣ ਮੰਨ ਲਓ ਮੈਂ ਸਟਾਰਟ ਕੀਤਾ ਆਈਡੀਆ 'ਤੇ ਵਰਕ ਕਰਨਾ ਸਟਾਰਟ ਕਰਤਾ ਨਾ। ਮੈਂ ਇਨਵੈਸਟਰ ਕੋਲ ਗਿਆ, ਮੈਂ ਉਹਨੂੰ ਕਹਿ ਦਿੱਤਾ ਕਿ ਤੂੰ ਮੈਨੂੰ ਮੰਨ ਲਾ ਕਿ ਉਹਨੂੰ $1 ਮਿਲੀਅਨ ਵੈਲਿਊਏਸ਼ਨ ਮੈਂ ਉਹਨੂੰ ਕਹਿਤੀ ਕਿ ਇਹਦੀ ਹੈਗੀ ਹੈ ਨਾ। ਮੈਂ ਉਹਨੂੰ ਕਹਿਣਾ ਪਿਆ ਕਿ ਮੈਂ 20% ਐਕੁਇਟੀ ਹੈ ਨਾ, ਪੇਪਰ ਵਗੈਰਾ ਸਭ ਕੁਝ ਸਾਈਨ ਹੋ ਗਿਆ, 20% ਤੇਰੀ। ਉਹ ਮੈਨੂੰ $2 ਲੱਖ ਦੇ ਦਿੰਦਾ। 20% ਮਿਲੀਅਨ ਦਾ $2 ਲੱਖ ਹੋ ਗਿਆ। ਪਰ ਉਹਦੇ ਬਦਲੇ ਉਹ ਕੁਛ ਤੁਹਾਡੇ ਕੋਲ ਰਖਵਾਉਂਦਾ ਵੀ ਹੈਗਾ।
ਕਿ ਦੇ ਦਿੰਦਾ ਹੈਗਾ। ਜਿਹੜੀ ਤੁਹਾਡੀ ਇਵੈਲੂਏਸ਼ਨ ਹੈਗੀ ਆ, ਸਭ ਤੋਂ ਪਹਿਲਾਂ ਤੁਹਾਨੂੰ ਉਹ ਡਿਫਾਈਨ ਕਰਨੀ ਪਏਗੀ ਕਿ ਤੁਸੀਂ $1 ਮਿਲੀਅਨ ਇਵੈਲੂਏਸ਼ਨ ਵੀ ਲਾਈ ਹੈਗੀ ਆ, ਉਹ ਕਿਸ ਬੇਸਿਸ ਤੇ ਗਿਆ, ਉਹਦੇ ਪੇਪਰ ਵਰਕ ਚਾਹੀਦਾ ਉਹਨਾਂ ਨੂੰ ਪ੍ਰੋਪਰਲੀ। ਕੋਈ ਵੀ ਇਨਵੈਸਟਮੈਂਟ ਗੋ ਥਰੂ ਹੋਣ ਤੋਂ ਪਹਿਲਾਂ ਡਿਊ ਡਿਲੀਜੈਂਸ ਹੁੰਦੀ ਹੈਗੀ ਆ। ਡਿਊ ਡਿਲੀਜੈਂਸ ਬਹੁਤ ਵੱਡਾ ਪ੍ਰੋਸੈਸ ਹੁੰਦਾ ਹੈਗਾ, ਕਈ ਵਾਰ 6 ਮਹੀਨੇ 8 ਮਹੀਨੇ ਸਾਲ ਵੀ ਲੱਗ ਜਾਂਦੇ ਉਹ ਕੀ ਹੁੰਦਾ? ਡਿਊ ਡਿਲੀਜੈਂਸ ਦੇ ਵਿੱਚ ਉਹਨਾਂ ਨੇ ਚੈੱਕ ਕਰਨਾ ਹੈ ਕਿ ਲਾਈਕ ਜੋ ਕੰਪਨੀ ਅਸਲ 'ਚ ਕਹਿ ਰਹੀ ਹੈਗੀ ਆ, ਡੂ ਦੇ ਮੀਨ ਆਲਸੋ ਉਹ ਕਰ ਵੀ ਸਕਦੇ ਉਹ ਚੀਜ਼ਾਂ ਕਿ ਨਹੀਂ ਕਰ ਸਕਦੇ ਹੈਗੇ, ਕਿ ਸਿਰਫ ਉੱਦਾਂ ਹੀ ਕਹਿ ਰਹੇ ਨੇ। ਕਿਉਂਕਿ ਜ਼ਿਆਦਾਤਰ ਲੋਕਾਂ ਐਂਟਰਪ੍ਰੈਨਿਓਰਸ ਦੇ ਨਾਲ ਸਪੈਸ਼ਲੀ ਹੁੰਦਾ ਹੈਗਾ ਕਿ ਉਹਨੂੰ ਲੱਗਦਾ ਹੁੰਦਾ ਕਿ ਆਹ ਚੀਜ਼ ਹੋ ਸਕਦੀ ਹੈਗੀ ਆ। ਨੋ ਡਾਊਟ ਕਈ ਚੀਜ਼ਾਂ ਹੋ ਵੀ ਸਕਦੀਆਂ ਹੁੰਦੀਆਂ ਨੇ ਤੇ ਕਈ ਚੀਜ਼ਾਂ ਨਹੀਂ ਹੋ ਸਕਦੀਆਂ ਹੈਗੀਆਂ, ਬਟ ਰਿਐਲਿਟੀ ਉਹਨਾਂ ਨੇ ਚੈੱਕ ਕਰਨੀ ਹੁੰਦੀ ਹੈ ਡਿਊ ਡਿਲੀਜੈਂਸ ਪੀਰੀਅਡ ਦੇ ਵਿੱਚ ਕਿ ਲਾਈਕ ਵਾਕਈ ਉਹ ਚੀਜ਼ ਹੋ ਸਕਦੀ ਹੈਗੀ ਆ ਕਿ ਨਹੀਂ ਹੋ ਸਕਦੀ ਹੈਗੀ, ਤੇ ਤੁਹਾਡੇ ਤੇ ਦਮ ਚੈੱਕ ਕਰਦੇ ਨੇ। ਉਹ ਦਮ ਚੈੱਕ ਕਰਦੇ ਕਿ ਉਦਾਂ ਹੀ ਫੋਕੀਆਂ ਤੁਸੀਂ ਕਰ ਵੀ ਸਕਦੇ ਹੈਗੇ ਉਹ ਚੀਜ਼ ਕਿ ਨਹੀਂ, ਕਿਉਂਕਿ ਆਈਡੀਆ ਆਉਣਾ ਠੀਕ ਆ, ਵਧੀਆ ਗੱਲ ਹੁੰਦੀ ਹੈਗੀ ਆ, ਬਟ ਉਹਦੇ 'ਤੇ ਵਰਕ ਕਰਨਾ, ਕੰਟੀਨਿਊਸਲੀ ਸਪੋਰਟ ਕਰਨਾ, ਕਿਉਂਕਿ ਇਕੱਲਾ ਆਈਡੀਆ ਤਾਂ ਨਹੀਂ ਹੁੰਦਾ ਗਾ, ਤੁਹਾਨੂੰ ਟੀਮ ਮੈਨੇਜ ਕਰਨੀ ਪੈਂਦੀ, ਤੁਹਾਨੂੰ ਟੀਮ ਲੱਭਣੀ ਪੈਂਦੀ ਹੈਗੀ ਆ, ਤੁਹਾਨੂੰ ਸਹੀ ਮਾਈਂਡ ਸੈਟ ਵਾਲੇ ਬੰਦੇ ਆਪਦੇ ਨਾਲ ਜੋੜਨੇ ਪੈਂਦੇ ਹੈਗੇ ਆ। ਅਤੇ ਹੁਣ ਮੰਨ ਲਓ ਕਿ ਜਿੱਦਾਂ 20% ਐਕੁਇਟੀ ਦੀ ਕਰ ਲਿਆ ਮੈਂ, ਇਨਵੈਸਟਰ ਲੱਭ ਲਿਆ, ਮੇਰਾ ਕੰਮ ਵਧੀਆ ਚੱਲ ਗਿਆ ਹੈ ਨਾ, ਉਹ ਤੋਂ ਡਬਲ ਕਰ ਲਿਆ ਮੈਂ ਬਿਜ਼ਨਸ। ਜੇ ਮੈਂ ਪੇਪਰਸ ਆਪਾਂ ਇੱਦਾਂ ਵੀ ਗੱਲ ਕਰ ਸਕਦੇ ਕਿ ਆਈ ਕੈਨ ਬਾਏ ਬੈਕ ਦ ਐਕੁਇਟੀ ਫਰੋਮ ਦੈਟ ਗਾਏ, ਬਾਏ ਬੈਕ ਕਰ ਸਕਦੇ ਆਪਾਂ ਐਕੁਇਟੀ ਜਿਹਨੇ ਇਨਵੈਸਟ ਕੀਤੀ ਸਾਡੀ। ਇਹ ਵੀ ਕੋਈ ਪੇਪਰ ਅਲੱਗ ਸਾਈਨ ਹੁੰਦਾ ਕਿ ਉਹ ਬਾਏ ਬੈਕ ਕਰ ਸਕਦਾ ਦੇਖੋ ਐਕੁਇਟੀ? ਇਟ ਡਿਪੈਂਡਸ, ਤੁਸੀਂ ਸਟਾਰਟਿੰਗ 'ਚ ਉਹਨਾਂ ਨੂੰ ਕਹਿਣਾ ਹੈਗਾ ਕਿ ਬਾਏ ਬੈਕ ਕਰਨਾ ਕਿ ਨਹੀਂ ਕਰਨਾ ਹੈਗਾ, ਉਹ ਹੋ ਸਕਦੀ ਚੀਜ਼, ਬਟ ਨੋਰਮਲੀ ਕੇਸਿਸ 'ਚ ਸਿਰਫ ਇੱਕ ਹੀ ਹੁੰਦਾ ਹੈਗਾ, ਜਾਂ ਤੁਸੀਂ ਕੰਪਨੀ ਸੈੱਲ ਕਰ ਰਹੇ ਹੋ ਜਾਂ ਤੁਹਾਡੀ ਕੰਪਨੀ ਬੈਂਕਰਪਟ ਹੋ ਗਈ ਆ, ਉਨੀ ਦੇਰ ਤੱਕ ਜਿਹੜੇ ਉਹ ਬੰਦੇ ਦੀ ਐਕੁਇਟੀ ਹੈਗੀ ਆ ਉਨੀ ਉੱਥੇ ਹੀ ਰਹਿਣਾ ਹੈਗਾ, ਜਿੰਨੀ ਮਰਜ਼ੀ ਤੁਸੀਂ ਕੰਪਨੀ ਗਰੋ ਕਰ ਲਓ। ਐਕੁਇਟੀ ਦਾ ਜਿਹੜਾ ਪਰਸੈਂਟੇਜ ਹੈਗੀ ਆ ਉਹ ਜ਼ਰੂਰ ਚੇਂਜ ਹੁੰਦੀ ਹੈਗੀ ਆ। ਫੋਰ ਐਗਜ਼ਾਮਪਲ, ਇਹ ਸਭ ਤੋਂ ਵੱਡਾ ਮਿਸਕਨਸੈਪਟ ਚੱਲਦਾ ਪਿਆ ਸਾਰਿਆਂ ਦੇ ਵਿੱਚ, ਜੇ ਕੰਪਨੀ 'ਚ 3 ਬੰਦੇ ਰਾਈਟ ਨਾਓ, ਠੀਕ ਹੈ, ਜੇ ਉਹਨਾਂ ਦੀ ਇਕੁਅਲ ਐਕੁਇਟੀ ਵੀ ਆਪਾਂ ਲਾਈਏ ਤਾਂ ਸੋ ਆ ਜਾਏਗੀ 33.34%, ਰਾਈਟ। ਸੋ ਜੇ ਉੱਥੇ ਉਹੀ 4 ਪੀਪਲ ਆ ਗਏ, ਇੱਕ ਇਨਵੈਸਟਰ ਐਡ ਕਰਤਾ ਆਪਾਂ, ਫਿਰ 25% ਆ ਜਾਏਗੀ ਇਫ ਵੀ ਆਰ ਸੇਇੰਗ ਇਕੁਅਲ, ਰਾਈਟ। ਸੋ ਜਿੰਦੀ 33% ਸੀਗੀ ਹੁਣ ਉਹਦੀ ਤਾਂ 25 ਆ ਗਈ ਨਾ। ਐਕੁਇਟੀ ਡਾਊਨ ਜਾਂਦੀ ਹੈਗੀ ਹੈ ਜਦੋਂ ਕੋਈ ਵੀ ਬੰਦਾ ਐਡ ਹੁੰਦਾ ਹੈਗਾ, ਅਤੇ ਕਈਆਂ ਦੇ ਕੇਸਿਸ 'ਚ ਜੇ ਡਿਫਰੈਂਟ ਐਕੁਇਟੀ ਹੈਗੀ ਤਾਂ ਡਿਫਰੈਂਟ ਡਾਊਨ ਜਾਏਗਾ, ਬਟ ਉਹਦੀ ਐਕੁਇਟੀ ਕਦੀ ਵੀ ਫਿਨਿਸ਼ ਨਹੀਂ ਹੋਏਗੀ ਅੰਟਿਲ ਅਨਲੈਸ ਕੰਪਨੀ ਸੈੱਲ ਆਊਟ ਹੋ ਜਾਂਦੀ ਹੈਗੀ ਆ ਔਰ ਬੈਂਕਰਪਟ ਹੋ ਜਾਂਦੀ ਹੈ। ਅਤੇ ਉਹਦੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਜਦੋਂ ਮੰਨ ਲਓ ਤੁਹਾਡਾ ਕੰਮ ਹੈ ਨਾ ਸਟਾਰਟ ਕਰ ਲਿਆ, ਤੁਸੀਂ ਇੱਕ ਇਨਵੈਸਟਰ ਲੱਭ ਲਿਆ, ਤੁਹਾਨੂੰ ਲੱਗ ਰਿਹਾ ਕਿ ਕੰਪਨੀ ਗਰੋ ਕਰ ਰਹੀ ਆ ਪਰ ਉਹਨੇ ਪੇਸ 'ਤੇ ਨਹੀਂ ਗਰੋ ਕਰ ਰਹੀ ਜਿੰਨੇ 'ਤੇ ਤੁਸੀਂ ਚਾਹੁੰਦੇ ਹੋ, ਸਭ ਤੋਂ ਪਹਿਲਾ ਪੁਆਇੰਟ ਆਉਂਦਾ ਹੈਗਾ ਯੂ ਡੋਂਟ ਨੀਡ ਐਨ ਇਨਵੈਸਟਰ, ਯੂ ਨੀਡ ਅ ਕੋ ਫਾਊਂਡਰ। ਐਕਚੁਅਲੀ ਕੋ ਫਾਊਂਡਰ ਤੁਹਾਡਾ ਨਾ ਜ਼ਿਆਦਾ ਤੁਹਾਡੀ ਕੰਪਨੀ ਨੂੰ ਗਰੋ ਕਰਕੇ ਲੈ ਕੇ ਜਾਂਦਾ ਹੈਗਾ ਦੈਨ ਆ ਇਨਵੈਸਟਰ, ਕਿਉਂਕਿ ਜ਼ਿਆਦਾਤਰ ਇਨਵੈਸਟਰ ਕੀ ਕਰਦੇ ਹੈਗੇ ਆ, ਸਿਰਫ ਮਨੀ ਇਨਵੈਸਟ ਕਰਤੀ, ਦੇ ਆਰ ਨਾਟ ਡੂਇੰਗ ਐਨੀ ਵਰਕ। ਅਤੇ ਇਨਵੈਸਟਰ ਲੈ ਕੇ ਆਉਣ ਵਾਸਤੇ ਵੀ ਤੁਹਾਨੂੰ ਪਹਿਲਾਂ ਚਾਹੀਦਾ ਹੈਗਾ ਤੁਹਾਨੂੰ ਤੁਸੀਂ ਟੈਂਜੀਬਲ ਥਿੰਗ ਦੇਵੋ, ਜਾਂ ਫਿਰ ਤੁਸੀਂ ਉਹਦਾ ਪੇਪਰ ਵਰਕ ਆਲਰੇਡੀ ਕਰ ਲਓ, ਬਟ ਤੁਸੀਂ ਇਨੀਸ਼ੀਅਲ ਸਟੇਜ 'ਤੇ ਹੈਗੇ ਹੋ, ਤੁਸੀਂ ਇਨੀਸ਼ੀਅਲ ਸਟੇਜ 'ਤੇ ਤੁਹਾਨੂੰ ਇਨਵੈਸਟਰ ਨਹੀਂ ਮਿਲੂਗਾ। ਜੇ ਮਿਲ ਜਾਵੇ ਤਾਂ ਲਾਈਕ ਉਹ ਜਾਂ ਬਹੁਤ ਬੇਵਕੂਫ ਹੋਏਗਾ, ਅਤੇ ਜਾਂ ਫਿਰ ਉਹਦੇ ਕੋਲ ਪੈਸਾ ਬਹੁਤ ਹੈਗਾ, ਜਾਂ ਫਿਰ ਉਹਨੇ ਤੁਹਾਡੇ ਫੈਮਿਲੀ ਮੈਂਬਰ ਹੈਗਾ। ਸਭ ਵੱਡੀ ਗੱਲ ਇਹ ਹੈ ਕਿ ਇਨਵੈਸਟਰ ਲੱਭੀਏ ਕਿੱਦਾਂ? ਹੁਣ ਮੰਨ ਲਓ ਮੇਰੇ ਆਈਡੀਆ ਹੈਗਾ ਹੈ ਨਾ, ਸਭ ਕੁਝ ਕਰ ਰਿਹਾ ਮੈਂ ਹੈ ਨਾ, ਉੱਤੇ ਵਰਕ ਕਰਨਾ ਸਟਾਰਟ ਕਰਤਾ ਹੈਗਾ, ਇਨਵੈਸਟਰ ਮੈਂ ਲੱਭਾਂ ਕਿੱਥੋਂ ਲਿਆਵਾਂ? ਮੈਨੂੰ ਪਤਾ ਹੀ ਨਹੀਂ ਹੈ। ਜਦੋਂ ਹੁਣ ਮੇਰੇ ਆਈਡੀਆ ਹੈ ਮੇਰੇ ਕੋਲ, ਮੈਂ ਬੰਦੇ ਨਹੀਂ ਕਿਸੇ ਨੂੰ ਜਾਣਦਾ। ਉਹੀ ਮੈਂ ਕਹਿ ਰਿਹਾ ਕਿ ਆਈਡੀਆ ਤੋਂ ਪਹਿਲਾਂ ਯੂ ਨੀਡ ਕੋ ਫਾਊਂਡਰ। ਹਾਂ, ਆਈਡੀਆ ਲੈ ਲਿਆ, ਉਹੀ ਕਹਿ ਰਿਹਾ ਨਾ, ਲੱਭੀਏ ਕਿੱਥੋਂ, ਉਹਨੂੰ ਲੈ ਕੇ ਕਿੱਥੋਂ ਆਈਏ? ਉਹੀ ਤਾਂ ਚੀਜ਼ ਹੈ ਇੱਕ ਨਾ, ਵੀ ਕਿੱਥੋਂ ਲੈ ਕੇ ਆਈਏ, ਕਿੱਦਾਂ ਲੱਭੀਏ? ਕੋਈ ਪਲੇਟਫਾਰਮ ਤੋਂ ਲੱਭੀਏ, ਕਿੱਦਾਂ ਲੱਭੀਏ? ਪਲੇਟਫਾਰਮਸ ਵੀ ਹੈਗੇ, ਜਿਵੇਂ ਲਿੰਕਡਇਨ ਹੈਗਾ ਪਲੇਟਫਾਰਮ, ਉੱਥੇ ਤੁਹਾਨੂੰ ਸਾਰੇ ਬਿਜ਼ਨਸ ਮਾਈਂਡਡ ਪੀਪਲ ਮਿਲ ਜਾਣਗੇ। ਓਕੇ, ਬਟ ਦੂਸਰੀ ਜਗ੍ਹਾ ਹੈਗੀਆਂ ਨੇ, ਤੁਹਾਡਾ ਤੁਸੀਂ ਕੋਈ ਸੈਮੀਨਾਰਸ ਅਟੈਂਡ ਕਰੋ, ਕੋਈ ਗਰੁੱਪ ਮੀਟਿੰਗਸ 'ਚ ਜਾਓ, ਲਾਈਕ ਮਾਈਂਡਡ ਪੀਪਲ ਲੱਭੋ ਜੇ ਤੁਹਾਨੂੰ ਲੱਗਦਾ ਹੈਗਾ ਕਿ ਉਸ ਚੀਜ਼ 'ਤੇ ਕੰਮ ਕਰ ਸਕਦੇ। ਸਭ ਤੋਂ ਪਹਿਲਾਂ ਆਉਂਦੇ ਤੁਹਾਡੇ ਫਰੈਂਡਸ, ਜਿਨ੍ਹਾਂ ਨੂੰ ਤੁਸੀਂ ਨਾ ਛੋਟੇ ਹੁੰਦੇ ਭਾਵੇਂ ਰਹੇ ਹੈਗੇ ਹੋ, ਸਕੂਲ ਟਾਈਮ ਦੇ ਫਰੈਂਡਸ ਵੀ ਦੇਖੋ ਉਹਨਾਂ ਨੂੰ ਉਹ ਕਿਹੜੀ ਸਟਰੀਮ 'ਚ ਕੰਮ ਕਰ ਰਹੇ, ਕਿਉਂਕਿ ਕੰਪਨੀਜ਼ ਦੇ ਵਿੱਚ ਆਈਡੀਆਜ਼ ਦੇ ਕੇਸ 'ਚ ਸਾਰੇ ਆਈਡੀਆ ਪ੍ਰੋਟੈਕਟੇਬਲ ਨਹੀਂ ਹੁੰਦੇ ਹੈਗੇ, ਤਾਂ ਕਰਕੇ ਤੁਹਾਨੂੰ ਟਰਸਟ ਫੈਕਟਰ ਬਹੁਤ ਹਾਈ ਹੁੰਦਾ ਹੈਗਾ। ਹਾਂਜੀ, ਤੁਸੀਂ ਉਹਦੇ ਨਾਲ ਹੀ ਕੰਮ ਕਰ ਸਕਦੇ ਜਿਹਦੇ ਨਾਲ ਤੁਹਾਨੂੰ ਟਰਸਟ ਹੈਗਾ, ਅਤੇ ਟਰਸਟ ਹੁੰਦਾ ਫਰੈਂਡਸ ਦੇ ਨਾਲ। ਸਟਾਰਟ ਉਹਨਾਂ ਤੋਂ ਕਰੋ, ਬਾਅਦ 'ਚੋਂ ਜਦੋਂ ਟਰੈਕਸ਼ਨ ਮਿਲਣੀ ਸਟਾਰਟ ਹੋ ਗਈ ਫਿਰ ਤੁਸੀਂ ਬਾਹਰਲੇ ਬੰਦੇ 'ਤੇ ਵੀ ਲੈ ਕੇ ਆ ਸਕਦੇ। ਜੇ ਮੰਨ ਲਓ ਫਰੈਂਡਸ ਵੀ ਤੁਹਾਡੇ ਸਟਰਗਲ ਕਰ ਰਹੇ, ਤੁਸੀਂ ਇਕੱਲੇ ਬੰਦੇ ਹੋ ਹੈ ਨਾ, ਫਿਰ ਉਹ ਕੀ ਕਰੇ? ਉਹਦਾ ਕੀ ਹੀਲਾ? ਹੁਣ ਜੇ ਫਰੈਂਡਸ ਹੀ ਨਹੀਂ ਗਏ, ਹਰ ਕਿਸੇ ਦੇ ਫਰੈਂਡਸ ਵੀ ਨਹੀਂ ਹੁੰਦੇ, ਫਿਰ ਸੇਮ ਕੇਸ ਵਿਦ ਮੀ। ਲਾਈਕ ਮੈਂ ਵੀ ਇੱਕ ਬੈਕਗਰਾਊਂਡ ਤੋਂ ਬਿਲੋਂਗ ਕਰਦਾ ਕਿ ਲਾਈਕ ਪਹਿਲਾਂ ਪੂਰਾ ਇੰਟਰੋਵਰਟ ਸੀਗਾ, ਕੋਈ ਫਰੈਂਡਸ ਨਹੀਂ ਬਣਾਉਂਦਾ ਸੀਗਾ,
ਬਟ ਇਸ ਚੀਜ਼ 'ਚ ਜੇ ਪੈਣਾ, ਤੁਸੀਂ ਗਰੋ ਕਰਨਾ ਹੈਗਾ, ਫਿਰ ਤੁਹਾਨੂੰ ਫਰੈਂਡਸ ਤਾਂ ਬਣਾਉਣੇ ਪੈਣਗੇ, ਤੁਹਾਨੂੰ ਟਰਾਈ ਤਾਂ ਕਰਨੇ ਪਏਗਾ। ਖੁੱਲਣਾ ਪੈਣਾ ਬੇਸਿਕਲੀ, ਹਰ ਕਿਸੇ ਨਾਲ ਖੁੱਲ ਕੇ ਗੱਲ ਕਰਨੀ ਪੈਣੀ ਆ। ਉਨੀ ਕੁ ਗੱਲ ਕਰਨੀ ਪੈਣੀ ਹੈ ਜਿੰਨੀ ਅਗਲਾ ਸਮਝ ਸਕਦਾ ਹੈਗਾ। ਤਾਂ ਅਗਲੇ ਦੀ ਪਹਿਲਾਂ ਸਮਝ ਚੈੱਕ ਕਰੋ ਕਿ ਅਗਲਾ ਸਮਝ ਸਕ ਵੀ ਸਕਦਾ ਹੈਗਾ ਕਿ ਲਾਈਕ ਉਹਨੂੰ ਤੁਹਾਨੂੰ ਅੱਗੇ ਲੈ ਕੇ ਜਾਣ ਵਾਲਾ, ਤੁਹਾਨੂੰ ਰੋਕਣ ਵਾਲਾ ਹੈਗਾ। ਤੇ ਆਪਾਂ ਉਹਦੀ ਵੀ ਗੱਲ ਕਰ ਲੈਂਦੇ ਹਾਂ, ਜਿਹੜੇ ਇਨਵੈਸਟਮੈਂਟ ਫਰਮਸ ਹੁੰਦੀਆਂ ਨੇ ਕਈ, ਥੋੜੇ ਦਿਨ ਪਹਿਲਾਂ ਹੀ ਜਿੰਨਾ ਗੱਲ ਹੋ ਰਹੀ ਸੀ ਤੁਹਾਡੀ, ਕਈ ਹੈ ਨਾ, ਕਈ ਗੱਲ ਕਰ ਲੈਂਦੇ ਹੈਗੇ ਨੇ, ਹਾਂਜੀ ਠੀਕ ਆ, ਆਈਡੀਆ ਸੁਣ ਲੈਂਦੇ ਹੈਗੇ ਨੇ ਤੁਹਾਡਾ, ਉਹਨਾਂ ਕੋਲ ਅੱਗੇ ਉਹਨਾਂ ਨੇ ਇੱਕ ਬੰਦਾ ਰੱਖਿਆ ਹੋਇਆ ਜਿਹੜਾ ਆਈਡੀਆ ਸੁਣਦਾ ਹੈਗਾ, ਫਿਰ ਅੱਗੇ 4 ਇਨਵੈਸਟਰ ਹੋਣਗੇ ਉਹਨਾਂ ਦੇ, ਉਹ ਬੰਦਾ ਉਹਨਾਂ ਨੂੰ ਆਈਡੀਆ ਸੁਣਾ ਦਿੰਦਾ ਹੈਗਾ। ਜੇ ਉਹਨਾਂ ਨੂੰ ਲੱਗੇਗਾ ਆਈਡੀਆ ਬਹੁਤ ਤਗੜਾ ਹੈ, ਉਹਨਾਂ ਨੇ ਆਪੇ ਹੀ ਕੰਮ ਕਰਨ ਲੱਗ ਪੈਣਾ ਉਹ ਆਈਡੀਆ ਤੇ ਤੁਹਾਡੇ ਆਈਡੀਆ ਨੂੰ ਉਹ ਤੋਂ ਕਿੱਦਾਂ ਬਚੀਏ। ਇੱਕ ਸਿਆਣੇ ਬੰਦੇ ਨੇ ਕਿਹਾ ਸੀਗਾ ਕਿ ਸਭ ਤੋਂ ਜ਼ਿਆਦਾ ਨਾ ਲੋਕੀ ਹੈਗੇ ਨੇ ਦੁਨੀਆ 'ਚ ਜਿਨ੍ਹਾਂ ਕੋਲ ਆਈਡੀਆਜ਼ ਹੈਗੇ ਨੇ ਬਟ ਕਰਨ ਦਾ ਦਮ ਨਹੀਂ ਹੈਗਾ। ਇਸੇ ਕਰਕੇ ਉਹ ਇੱਦਾਂ ਦੇ ਲੋਕੀ ਆਪਾਂ ਨੂੰ ਮਿਲਦੇ ਨੇ ਜਿਹੜੇ ਕਿ ਤੁਹਾਡਾ ਆਈਡੀਆ ਸਿਰਫ ਚੋਰੀ ਕਰਨ ਨੂੰ ਫਿਰਦੇ ਨੇ, ਜਿਹੜਾ ਕਿ ਆਪਾਂ ਥੋੜੇ ਦਿਨਾਂ ਪਹਿਲਾਂ ਹੀ ਦੇਖਿਆ। ਤੇ ਉਹਨਾਂ ਨਾਲ ਹੀ ਆਪਾਂ ਗੱਲ ਕਰਕੇ ਇਹੀ ਜਾਣਿਆ ਸੀਗਾ ਕਿ ਲਾਈਕ ਜੇ ਤੁਹਾਡੇ ਕੋਲ ਸਿਰਫ ਆਈਡੀਆ ਹੀ ਹੈਗਾ, ਫਿਰ ਆਦੀ ਉਹ ਇੱਕ ਕੰਪਨੀ ਨਾਲ ਡੀਲ ਕਰਾਉਣਗੇ ਜਿਹੜੀ ਤੁਹਾਡੇ ਆਈਡੀਆ ਨੂੰ ਪੋਸੀਬਲ ਇੱਕ ਪ੍ਰੋਡਕਟ ਬਣਾ ਸਕਦੀ ਹੈ। ਉਹ ਤੇ ਇਨਵੈਸਟਰ ਨਹੀਂ ਆਉਂਦਾ ਹੈਗਾ। ਓਕੇ, ਆਈਡੀਆ ਨੂੰ ਇਨਵੈਸਟ ਨਹੀਂ ਕਰਦੇ ਹੈਗੇ, ਇਹ ਆਪਦਾ ਮਾਈਂਡ ਕਲੀਅਰ ਕਰ ਲਓ। ਬਹੁਤ ਰੇਅਰ ਹੀ ਹੈਗਾ ਕੋਈ ਬੇਵਕੂਫ ਹੋਏਗਾ ਜੋ ਆਈਡੀਆ ਤੇ ਇਨਵੈਸਟ ਕਰੂਗਾ। ਓਕੇ, ਤੇ ਅਗਲਾ ਸਵਾਲ ਆ ਜਾਂਦਾ ਮੇਰਾ ਕਿ ਤੁਸੀਂ ਇੱਕ ਬਿਜ਼ਨਸ ਸਟਾਰਟ ਕੀਤਾ ਸੀਗਾ, ਜਿਹੜੀ ਤੁਹਾਡੀ ਫਰਸਟ ਐਪ ਸੀਗੀ, ਹਾਂਜੀ, ਦੱਸੋਗੇ ਉਹਦੇ ਬਾਰੇ ਥੋੜਾ? ਯਾ ਅਫੀਚੀ ਹੈਗੀ ਆ ਐਪ ਉਹਦਾ ਨਾਮ। ਤੇ ਨੋਰਮਲੀ ਇੱਕ ਮੈਂ ਪੋਸਟਰ ਬਣਾਇਆ ਸੀਗਾ, ਰੂਮ 'ਚ ਲੱਗਾ ਸੀਗਾ, ਆਪਦੀ ਕ੍ਰੀਏਟੀਵਿਟੀ ਦੇ ਨਾਲ ਹੀ। ਮੈਂ ਸੋਚਿਆ ਕਿ ਲਾਈਕ ਆਪਣੇ ਨੋਰਮਲ ਪ੍ਰਿੰਟਰ ਹੀ ਇੱਕ ਵੱਡਾ ਸਾਰਾ ਪੋਸਟਰ ਕਿਉਂ ਨਹੀਂ ਬਣਾ ਸਕਦਾਗਾ। ਸੋ ਬਾਅਦ ਮੈਥ ਦੀ ਕੈਲਕੂਲੇਸ਼ਨ ਲਾ ਕੇ ਮੈਂ ਪੋਸਟਰ ਬਣਾ ਲਿਆ ਵਧੀਆ ਸਾਰਾ। ਫਿਰ ਇੱਕ ਦਿਨ ਅਸੀਂ ਬਿਜ਼ਨਸ ਆਈਡੀਆ ਸੋਚ ਰਹੇ ਸੀ ਨੋਰਮਲੀ ਪ੍ਰਿੰਟਰ, ਜਿਹੜਾ ਪ੍ਰਿੰਟਰ ਘਰੇ ਹੁੰਦਾ ਸਾਰਿਆਂ ਦਾ, ਉਹ ਪੇਪਰ ਦਾ ਪੋਸਟਰ ਬਣਾਇਆ ਸੀਗਾ, ਇਹ ਵੀ ਦੱਸ। ਉਹ ਨਾਲੇ ਉਹ 30 ਫੀਟ ਟਾਲ ਸੀਗਾ, ਕਾਫੀ ਟਾਲ ਐਂਡ ਵਾਈਡ ਸੀਗਾ ਉਹ ਪੋਸਟਰ। ਸੋ ਉਹ ਆਈਡੀਆ ਇਹ ਸੀਗਾ ਕਿ ਲਾਈਕ ਨਾ ਕੋਈ ਬਿਜ਼ਨਸ ਕਰਨਾ ਹੈ, ਬਟ ਕਿਹੜਾ ਕਰਨਾ ਹੈਗਾ। ਦੈਨ ਸਾਹਮਣੇ ਪੋਸਟਰ ਬਣਿਆ ਪਿਆ ਸੀਗਾ ਜਦੋਂ ਮੈਂ ਆਲਰੇਡੀ ਬਣਾਇਆ। ਮੈਂ ਕਿਹਾ ਇਹ ਚੀਜ਼ ਕਿਸੇ ਨੇ ਨਹੀਂ ਬਣਾਈ ਹੈਗੀ, ਵਾਈ ਨਾਟ ਟਰਾਈ ਦਿਸ। ਲਾਈਕ ਲੋਕਾਂ ਨੂੰ ਵੀ ਵਧੀਆ ਲੱਗਾ ਸੀਗਾ, ਮੈਂ ਪੋਸਟ ਪਾਈਆਂ ਸੀਗਾ, ਸਾਰਿਆਂ ਨੂੰ ਵਧੀਆ ਲੱਗਾ। ਸੋ ਅਸੀਂ ਫਿਰ ਉਹਦੇ 'ਤੇ ਵਰਕ ਕੀਤਾ ਤੇ ਫਿਰ ਉਹਨੂੰ ਪ੍ਰੋਪਰਲੀ ਐਜ਼ ਅ ਕੰਪਨੀ ਬਣਾ ਕੇ, ਫਿਰ ਕੰਪਨੀ ਇਕੱਲਾ ਇੱਕ ਐਪ ਹੀ ਨਹੀਂ ਬਣਾਈ, ਕਿਉਂਕਿ ਐਪ ਮੋਸਟਲੀ ਹੁੰਦੀ ਹੈ ਤੁਹਾਡੀ ਫਰੀ। ਕਈ ਐਪਸ ਹੁੰਦੀਆਂ ਫਰੀ ਹੈ ਨਾ, ਕਈ ਹੁੰਦੀਆਂ ਪੇਡ, ਬਟ ਜ਼ਿਆਦਾਤਰ ਹੁੰਦੀਆਂ ਫਰੀ। ਸੋ ਐਪ ਫਰੀ ਸੀਗੀ, ਕੋਈ ਬਿਜ਼ਨਸ ਮਾਡਲ ਨਹੀਂ ਸੀਗਾ ਰੈਵਨਿਊ ਵਾਸਤੇ। ਤੁਹਾਨੂੰ ਫਿਰ ਸਾਨੂੰ ਪੂਰਾ ਪੇਪਰ ਵੀ ਬਣਾਉਣਾ ਪਿਆ ਜਿਹਦੇ ਨਾਲ ਅਸੀਂ ਰੈਵਨਿਊ ਮਾਡਲ ਪੂਰਾ ਕ੍ਰੀਏਟ ਕਰ ਸਕੀਏ। ਫਿਰ ਉਹਦੇ ਬਾਅਦ ਅਸੀਂ ਡਰੈਗਨਸਟੈਨ 'ਚ ਗਏ ਸੀਗੇ ਉਹ ਇੱਕ ਦੂਜੀ ਸਾਈਡ ਦੀ ਗੱਲ। ਹੁਣ ਮੰਨ ਲਓ ਕਿ ਤੁਸੀਂ ਸਭ ਕੁਝ ਕਰ ਲਿਆ ਹੈ ਨਾ, ਤੁਸੀਂ ਟੀਮ ਕਿੱਦਾਂ ਲੱਭੀ? ਮੈਨੂੰ ਇਹ ਕਿਊਰੀਅਸ ਹਾਂ ਮੈਂ, ਟੀਮ ਕਿੱਦਾਂ ਲੱਭਦੇ ਹੋ? ਉਹੀ ਗੱਲ ਆ ਜਾਂਦੀ, ਬੰਦੇ ਕਿੱਦਾਂ ਲੱਭੇ? ਹੁਣ ਤੁਸੀਂ ਇੱਥੇ ਬੈਠੇ ਸੀਗੇ, ਬੰਦੇ ਤੁਹਾਡੇ ਇੰਡੀਆ ਕੰਮ ਕਰਦੇ ਆ, ਹਾਂਜੀ, ਉਹ ਕਿੱਦਾਂ ਟੀਮ ਕਿੱਦਾਂ ਲੱਭੀ ਤੁਸੀਂ? ਉੱਥੇ ਕੋ-ਫਾਊਂਡਰ ਤੁਹਾਡਾ ਸਾਥ ਦਿੰਦਾ ਹੈਗਾ। ਕੋ-ਫਾਊਂਡਰ ਲੱਭਿਆ ਤੁਸੀਂ? ਕੋ-ਫਾਊਂਡਰ ਲੱਭਣਾ ਕਿ ਕੋਈ ਜਾਣਦਾ ਸੀਗਾ? ਲਾਈਕ ਮੇਰਾ ਫਰੈਂਡ ਹੀ ਸੀਗਾ ਕਾਫੀ ਦੇਰ ਤੋਂ, ਲੌਂਗ ਟਾਈਮ ਦਾ। ਉਹ ਵੀ ਕਹਿ ਰਿਹਾ ਸੀਗਾ ਕੋਈ ਇਸ ਨੂੰ ਕੁਛ ਆਪਾਂ ਬਿਜ਼ਨਸ ਕਰਨਾ ਹੈਗਾ। ਓਕੇ, ਦੈਨ ਮੈਂ ਵੀ ਕਿਹਾ, ਮੈਂ ਨੋਰਮਲੀ ਟੈਕਨੋਲੋਜੀ ਬੇਸਡ ਬਿਜ਼ਨਸ ਦੇ ਵਿੱਚ ਸੀਗਾ, ਉਹ ਨੌਨ ਟੈਕ ਤੇ ਟੈਕ ਦੋਨਾਂ 'ਚ ਸੀਗਾ। ਤੇ ਫਿਰ ਅਸੀਂ ਆਲਾ ਆਈਡੀਆ ਸੀਗਾ ਐਪਸ ਦਾ, ਤੇ ਫਰੈਂਕਲੀ ਸਾਨੂੰ ਵੀ ਲੱਗਾ ਸੀਗਾ ਬਹੁਤ ਈਜ਼ੀ ਹੁੰਦੀਆਂ ਐਪਸ। ਲੱਗਦਾ ਹੈ ਨਾ ਬਹੁਤ ਈਜ਼ੀ ਆ ਸਾਰਾ ਕੁਝ, ਤਾਂ ਕਰਕੇ ਅਸੀਂ ਸਟਾਰਟ ਕਰ ਲਿਆ ਕਿ ਲਾਈਕ ਨਾ ਈਜ਼ੀ ਹੀ ਹੁੰਦਾ ਹੈਗਾ, ਕੋਈ ਨਾ ਚੱਕਰ ਨਹੀਂ ਹੋਏਗਾ, ਬਟ ਕਰਕੇ ਭਲਾ ਲੱਗਦਾ ਹੈਗਾ। ਐਂਡ ਇੱਥੋਂ ਮੈਨੂੰ ਟੈਕਨੋਲੋਜੀ ਤੋਂ ਇੱਕ ਹੋਰ ਗੱਲ ਚੇਤੇ ਆ ਗਈ। ਜੇ ਤੁਸੀਂ ਬਹੁਤ ਪੈਸ਼ਨੇਟ ਹੋ ਸਾਰੇ ਹੈ ਨਾ, ਜੇ ਤੁਸੀਂ ਚਾਹੁੰਦੇ ਹੋ ਕੁਝ ਸਿੱਖਣਾ, ਐਂਡ ਇੱਕ ਤੁਹਾਡੇ ਕੋਲ ਰਾਈਟ ਨਾਓ ਬਹੁਤ ਵੱਡੀ ਓਪਰਚੁਨਿਟੀ ਆ ਤੁਹਾਡੇ ਸਾਰਿਆਂ ਕੋਲ, ਜਿਹੜੀ ਮਰਜ਼ੀ ਤੁਸੀਂ ਕੰਟਰੀ 'ਚ ਬੈਠੇ ਹੋ, ਇੰਡੀਆ, ਕੈਨੇਡਾ, ਜਿੱਥੇ ਮਰਜ਼ੀ। ਜੇ ਤੁਹਾਨੂੰ ਸੁਣਿਆ ਹੋਊਗਾ ਹਾਰਵਰਡ ਵਾਲੇ ਹੈ ਨਾ, ਹਾਰਵਰਡ ਯੂਨੀਵਰਸਿਟੀ ਵਾਲੇ ਫ੍ਰੀ ਕੋਰਸਿਸ ਦੇ ਰਿਹਾ ਆਨਲਾਈਨ, ਠੀਕ ਹੈ। ਜੇ ਤੁਹਾਨੂੰ ਸਰਟੀਫਿਕੇਟ ਚਾਹੀਦਾ, ਜੇ ਤੇ ਉੱਦਾਂ ਕਰਨਾ ਹੈ, ਹਾਰਵਰਡ 0 ਪੈਸੇ ਦੇਣੇ ਗਿਆ, ਫਿਰ ਤੁਸੀਂ ਕਰ ਸਕਦੇ ਹੋ। ਉੱਥੇ ਆਪੇ ਮਾਰਕ ਕਰਨਾ ਹੈਗਾ, ਤੁਸੀਂ ਆਪੇ ਸਾਰਾ ਕੁਝ ਕਰਨਾ ਹੈਗਾ, ਕੋਰਸ ਕਰ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਮਾਰਕ ਵੀ ਕਰਨ, ਤੁਹਾਨੂੰ ਟੈਸਟ ਸਕੋਰ ਦੇਣ, ਫਿਰ ਐਂਡ 'ਤੇ ਤੁਹਾਨੂੰ ਹਾਰਵਰਡ ਦਾ ਸਰਟੀਫਿਕੇਟ ਆਊਗਾ ਕਿ ਤੁਸੀਂ ਇਹ ਚੀਜ਼ ਕਰ ਲਈ ਆ, ਹਾਰਵਰਡ ਦੀ ਆਨਲਾਈਨ ਕੋਰਸ ਕੀਤਾ ਆ। ਉਹਦੇ $125 ਆ, ਇੱਕ $125 ਸਿਰਫ ਉਹਨਾਂ ਦੀ, ਉਹ ਜਿਹਨੂੰ ਕਹਿੰਦੇ ਆਪਾਂ ਅਪਲਾਈਂਗ ਫੀਸ ਵੀ ਨਹੀਂ ਹੋਣੀ ਉਹਨਾਂ ਦੀ, ਉਹ ਵੀ ਵੱਧ ਹੋਣੀ ਆ ਹਾਰਵਰਡ ਦੀ। ਐਂਡ ਉਹ ਤੁਹਾਨੂੰ ਕੋਰਸ ਦੇ ਰਹੇ ਗਿਆ $125 ਦੇ ਵਿੱਚ ਇੱਕ ਸਰਟੀਫਿਕੇਟ ਆ ਜਾਊਗਾ ਤੁਹਾਡੇ ਕੋਲ ਹਾਰਵਰਡ ਦਾ। ਲਿੰਕ 'ਚ ਡਿਸਕ੍ਰਿਪਸ਼ਨ ਪਾ ਦੂੰਗਾ ਮੈਂ। ਜੇ ਤੁਸੀਂ ਕਰਨਾ ਚਾਹੁੰਦੇ ਹੋ, ਤੁਸੀਂ ਪੈਸ਼ਨੇਟ ਹੋ, ਤੁਸੀਂ ਕਰ ਸਕਦੇ ਹੋ। ਮੈਨੂੰ ਲੱਗਦਾ ਇਹ ਤੋਂ ਵੱਡੀ ਓਪਰਚੁਨਿਟੀ ਨਹੀਂ ਹੋ ਸਕਦੀ ਕਿ ਏਡੀ ਵੱਡੀ ਯੂਨੀਵਰਸਿਟੀ। ਐਜੂਕੇਸ਼ਨ ਬਹੁਤ ਮੈਟਰ ਕਰਦੀ ਹੈਗੀ ਆ, ਤੁਸੀਂ ਕਿੱਥੋਂ ਲੈ ਰਹੇ ਹੈਗੇ ਹੋ ਤੇ ਕਿਵੇਂ ਲੈ ਰਹੇ ਹੈਗੇ ਹੋ।
ਤੁਹਾਡਾ ਸਰਕਲ ਵੀ ਬਹੁਤ ਮੈਟਰ ਕਰਦਾ ਹੈ। ਯਾ ਐਜੂਕੇਸ਼ਨ ਇਹ ਨਹੀਂ ਕਹਿ ਰਹੇ ਕਿ ਜੇ ਤੁਸੀਂ ਤੁਹਾਨੂੰ ਕਾਲਜ ਜਾਣਾ ਹੀ ਪਊਗਾ, ਕਾਲਜ ਤੋਂ ਬਿਨਾਂ ਕੁਝ ਨਹੀਂ ਹੈ, ਕਾਲਜ ਤੋਂ ਬਿਨਾਂ ਵੀ ਬਹੁਤ ਕੁਝ ਹੋ ਸਕਦਾ। ਕਾਲਜ ਤੋਂ ਬਾਹਰ ਹੀ ਲਾਈਫ ਸਟਾਰਟ ਹੁੰਦੀ ਹੈ। ਕਾਲਜ ਤੋਂ ਬਾਅਦ ਹੀ ਲਾਈਫ ਸਟਾਈਲ, ਹੁਣ ਜਿਹਦੇ ਬਿਜ਼ਨਸ ਦੇ ਕੋਰਸਸ ਆ ਉਹ ਤੁਹਾਨੂੰ ਗਰਾਊਂਡ ਜ਼ੀਰੋ ਨਹੀਂ ਸਿਖਾਉਂਦੇ। ਸਿੰਪਲ ਜੀ ਐਗਜ਼ਾਮਪਲ ਹੈਗੀ ਆ, ਤੁਹਾਡੇ ਬਿਜ਼ਨਸ ਦੇ ਟੀਚਰਸ ਵੀ ਹੋਣਗੇ ਨਾ, ਉਹ ਖੁਦ ਕਿਉਂ ਨਹੀਂ ਬਿਜ਼ਨਸ ਕਰ ਲੈਂਦੇ ਜੇ ਉਹਨਾਂ ਨੂੰ ਨਾ ਬਿਜ਼ਨਸ ਬਾਰੇ ਪਤਾ ਹੈਗਾ। ਬਿਕੋਜ਼ ਬਿਜ਼ਨਸ ਇਜ਼ ਆਲ ਅਬਾਊਟ ਮੈਨੇਜਿੰਗ ਯੋਰ ਰਿਸਕ। ਉਹ ਮੈਨੇਜ ਕਰਨਾ ਆ ਗਿਆ, ਤੁਸੀਂ ਕੋਈ ਵੀ ਬਿਜ਼ਨਸ ਕਰ ਸਕਦੇ ਹੋ। ਮੈਂ ਇੱਕ ਆਪਣੇ ਟੀਚਰ ਦੀ ਗੱਲ ਸੁਣਾਉਣਾ ਹੈ ਨਾ, ਮੇਨਲੈਂਡ ਦੀ ਗੱਲ ਸੁਣਾਉਣਾ ਹੈ ਨਾ। ਟੀਚਰ ਇੰਗਲਿਸ਼ ਵਾਲਾ ਸੀਗਾ ਮੇਰਾ, ਤੇ ਉੱਦਾਂ ਹੀ ਕਲਪਿਆ ਰਹਿੰਦਾ ਸੀਗਾ, ਮੇਰੇ ਨਾਲ ਦੇ ਸੁਭਾਅ ਵਧੀਆ ਸੀਗਾ ਉਹਦਾ। ਤੇ ਕਹਿੰਦਾ ਗੱਲ ਕਰ ਰਿਹਾ ਸੀਗਾ, ਫਰਾਈਡੇ ਦੀ ਗੱਲ ਕਰ, ਕਹਿੰਦਾ ਯਾਰ ਕਾਸ਼ ਮੇਰੀ ਹੁਣ ਨਾ ਲੋਟਰੀ ਨਿਕਲ ਜਾਏ, ਮੈਨੂੰ ਸਕੂਲ ਨਾ ਆਉਣਾ ਪਏ ਹੁਣ। ਤੇ ਮੈਂ ਉਹਨੂੰ ਇੱਦਾਂ ਹੀ ਪੁੱਛ ਲਿਆ, ਮੈਂ ਕਿਹਾ ਕਿਉਂ ਤੂੰ ਛੱਡ ਕਿਉਂ ਨਹੀਂ ਦਿੰਦਾ, ਤੈਨੂੰ ਜੋਬ ਹੀ ਨਹੀਂ ਵਧੀਆ ਲੱਗਦੀ ਜੇ? ਕਹਿੰਦਾ ਕਿ ਸਿਕਿਉਰਿਟੀ ਹੈ ਇਹ ਜੋਬ 'ਚ ਬਹੁਤ। ਮੈਂ ਕਿਹਾ ਤੂੰ ਕੋਈ ਦੂਜਾ ਕੰਮ ਨਹੀਂ ਕਰਦਾ, ਕੋਈ ਬਿਜ਼ਨਸ? ਕਹਿੰਦਾ ਇਹ ਸੈਂਸ ਆਫ ਸਿਕਿਉਰਿਟੀ ਬਹੁਤ ਹੈ ਜੋਬ 'ਚ, ਮੇਰੇ ਇੰਨੇ ਪੈਸੇ ਆ ਹੀ ਜਾਣੇ ਆ। ਸੋ ਲੋਕੀ ਆਪਣੇ ਕੰਫਰਟ ਲੈਵਲ ਤੋਂ ਰਹਿੰਦੇ ਹੈਗੇ ਆ। ਯਾ ਕੰਫਰਟ ਜ਼ੋਨ 'ਚ ਜਿੰਨੀ ਦੇਰ ਰਹੋਗੇ ਉਨੀ ਦੇਰ ਤੁਸੀਂ ਗਰੋ ਨਹੀਂ ਕਰ ਸਕਦੇਗੇ। ਐਂਡ ਆਫ ਰਿਸਕ ਲੈਣਾ ਪੈਣਾ ਤੁਹਾਨੂੰ ਜੇ ਤੁਸੀਂ ਬਿਜ਼ਨਸ ਕਰਨਾ। ਬਹੁਤ ਲੋਕੀ ਵਿਲਿੰਗ ਹੁੰਦੇ ਆ ਰਿਸਕ ਲੈਣ ਨੂੰ, ਬਹੁਤ ਲੋਕੀ ਨਹੀਂ ਹੁੰਦੇ। ਸੋ ਕਈ ਕਹਿੰਦੇ ਹੋਣੇ ਵੀ ਇਹ ਤੇ ਗੱਲਾਂ ਮਾਰੀ ਜਾਂਦਾ, ਇਹਨੇ ਕੀ ਕਰ ਲਿਆ, 19 ਸਾਲਾਂ ਦਾ ਮੈਂ ਆਨੇ ਆ ਨਾ, ਹਲੇ ਸੋਚ ਰਿਹਾ ਆਪਾਂ ਕਰ ਰਹੇ ਹਾਂ ਕੁਛ ਨਾ ਕੁਛ, ਕਿਉਂਕਿ ਆਈਡੀਆਸ ਚੱਲਦੇ ਹੀ ਰਹਿੰਦੇ ਆ। ਤੇ ਬਾਕੀ ਭਾਜੀ ਵੀ ਬਹੁਤ ਸਲਾਹਾਂ ਦਿੰਦੇ ਆ ਮੈਨੂੰ, ਨਵੇਂ ਆਈਡੀਆਜ਼, ਕਿਉਂਕਿ ਸੇਮ ਸਟੇਜ ਤੋਂ ਅਸੀਂ ਵੀ ਲੰਘੇ ਹੈਗੇ ਹਾਂ ਕਿ ਲਾਈਕ ਆਈਡੀਆਜ਼ ਆਉਂਦੇ ਨੇ, ਬਹੁਤ ਆਉਂਦੇ ਨੇ, ਬਾਅਦ 'ਚੋਂ ਥੋੜ੍ਹੀ ਦੇਰ ਬਾਅਦ ਪਤਾ ਲੱਗ ਜਾਂਦਾ, ਆਪਦੇ ਆਪ ਨੂੰ ਹੀ ਪਤਾ ਲੱਗ ਜਾਂਦਾ ਹੈਗਾ ਕਿ ਲੱਗ ਆਈਡੀਆ ਇੰਨਾ ਵਰਥ ਇਟ ਨਹੀਂ ਸੀਗਾ, ਜਾਂ ਫਿਰ ਆਲਰੇਡੀ ਕਿਸੇ ਨੇ ਕਰ ਉਹੀ ਨਾ, ਜਿੱਦਾਂ ਕਹਿੰਦੇ ਆਪਾਂ ਠੋਕਰਾਂ ਖਾ ਕੇ ਪਤਾ ਲੱਗੂਗਾ ਕਿ ਤੁਹਾਡਾ ਆਈਡੀਆ ਵਰਕ ਕਰਦਾ ਵੀ ਆ ਕਿ ਨਹੀਂ, ਕਿ ਨਹੀਂ। ਕਈ ਵਾਰੀ ਤੁਹਾਡੇ ਕੋਲ ਆਈਡੀਆ ਹੁੰਦਾ, ਤੁਹਾਨੂੰ ਲੱਗਦਾ ਇਹ ਵਰਕ ਕਰੂਗਾ, ਤੁਹਾਨੂੰ ਹੀ ਲੱਗਦਾ ਹੁੰਦਾ, ਪਰ ਬਾਕੀਆਂ ਲੱਗਦਾ ਇਹ ਨਹੀਂ ਕਰੂਗਾ। ਇੱਦਾਂ ਵੀ ਤੁਸੀਂ ਪ੍ਰੂਵ ਕਰਕੇ ਦਿਖਾ ਦਿਓ ਕਿ ਇਹ ਪ੍ਰੂਵ ਕਰਨਾ, ਇਹ ਤੁਹਾਡੇ ਤੇ ਕੈਪੇਬਿਲਿਟੀ ਤੇ ਤੁਸੀਂ ਪ੍ਰੂਵ ਕਰ ਸਕਦੇ ਹੋ ਕਿ ਨਹੀਂ, ਕਿ ਨਹੀਂ। ਵਿਲ ਪਾਵਰ ਬਹੁਤ ਮੈਟਰ ਕਰਦੀ ਹੈ। ਹੁਣ ਜੇ ਆਪਾਂ ਕੋਈ ਵੱਡੀ ਕੰਪਨੀ ਦੀ ਗੱਲ ਕਰੀਏ, ਕਿਹੜੀ ਕੰਪਨੀ ਨੂੰ ਸਟਾਰਟ ਕਰਨਾ ਚਾਹੋਗੇ ਜਿਹਦਾ ਤੁਹਾਨੂੰ ਜ਼ਿਆਦਾ ਪਤਾ? ਟੈਸਲਾ ਬਾਰੇ ਗੱਲ ਕਰੀਏ, ਸਾਰਿਆਂ ਨੂੰ ਇੰਟਰਸਟਿਡ ਵੀ ਹੋਣਗੇ ਆਈ ਥਿੰਕ ਸੋ। ਟੈਸਲਾ ਬਾਰੇ ਗੱਲ ਸਟਾਰਟ ਕਰ ਲੈਂਦੇ ਆ। ਸੋ ਮੈਨੂੰ ਤਾਂ ਬਹੁਤਾ ਪਤਾ ਨਹੀਂ ਹੈ ਟੈਸਲਾ ਬਾਰੇ, ਸੱਚ ਕਹਾਂ। ਟੈਸਲਾ ਦਾ ਐਕਚੁਅਲੀ ਨਾ ਬਿਲਕੁਲ ਬਹੁਤ ਕੁਝ ਸਿੱਖਣ ਨੂੰ ਹੈਗਾ। ਜਿਹੜਾ 2 ਲੋਕਾਂ ਨੇ ਫਾਊਂਡ ਕੀਤੀ ਸੀ ਨਾ ਟੈਸਲਾ, ਉਹ ਹੁਣ ਕੰਪਨੀ 'ਚ ਨਹੀਂ ਹੈਗੇ। ਇਲਨ ਮਸਕ ਫਾਊਂਡਰ ਨਹੀਂ ਹੈ। ਇਲਨ ਮਸਕ ਇੱਕ ਇਨਵੈਸਟਰ ਸੀਗਾ ਜਿਹਨੇ $30 ਮਿਲੀਅਨ ਇਨਵੈਸਟ ਕੀਤੇ ਸੀਗੇ ਇਨੀਸ਼ੀਅਲ ਸਟੇਜ ਤੇ ਬਾਅਦ 'ਚੋਂ ਆਫਟਰ ਸਮ ਟਾਈਮ ਹੀ ਬਿਕੇਮ ਦਾ CEO ਆਫ ਦਾ ਕੰਪਨੀ। ਐਂਡ ਉਦੋਂ ਤੋਂ ਬਾਅਦ ਬਸ ਉਹੀ ਟੌਪ 'ਤੇ ਰਿਹਾ ਗਾ। ਤੇ ਇਨਵੈਸਟਰ ਜਿਹੜੇ ਜਿਨ੍ਹਾਂ ਨੇ ਕੰਪਨੀ ਸਟਾਰਟ ਕੀਤੀ, ਉਹ ਕਿਉਂ ਛੱਡ ਗਏ? ਮੈਂ ਉਹਨਾਂ ਦੀ ਇੱਕ ਵੀਡੀਓ ਦੇਖ ਰਿਹਾ, ਕਲਪੇ ਜਿਹੇ ਲੱਗਦੇ ਸੀਗੇ। ਕੀ ਸਿਸਟਮ ਹੈਗਾ ਮੈਨੂੰ ਪਤਾ ਨਹੀਂ। ਕਿਉਂਕਿ ਕੰਪਨੀ ਆਹ ਚੀਜ਼ ਬਹੁਤ ਮੈਟਰ ਕਰਦੀ ਹੈਗੀ ਆ। ਤੁਸੀਂ ਨਾ ਇਹੀ ਚੀਜ਼ ਕਰਕੇ ਨਾ ਆਪਦੇ ਇਨਵੈਸਟਰ ਬਹੁਤ ਧਿਆਨ ਨਾਲ ਚੂਜ਼ ਕਰਨੇ ਪੈਂਦੇ ਹੈਗੇ ਆ। ਤੁਸੀਂ ਜੇ ਇਨਵੈਸਟਰ ਨੂੰ ਚੂਜ਼ ਕਰ ਲਿਆ ਕਿ ਲਾਈਕ ਹਾਂ ਵੀ ਮੇਰਾ ਹੁਣ ਤਾਂ ਕੰਪਨੀ ਚੱਲ ਜੂਗੀ, ਕੋਈ ਚੱਕਰ ਨਹੀਂ, ਮੈਂ ਹੁਣੇ ਜ਼ੀਰੋ 'ਤੇ ਆ, ਚਲੋ ਮੈਂ ਕਿਸੇ ਦਾ ਕੋਈ ਤਾਂ ਪਹੁੰਚ ਜਾਊਂਗਾ, ਰਾਈਟ। ਆਪਾਂ ਇਸ ਗੱਲ ਕਰਕੇ ਨਾ ਕੋਈ ਵੀ ਇਨਵੈਸਟਰ ਚੱਕ ਲੈਂਦੇ ਹੈਗੇ, ਬਟ ਉਹਦਾ ਬਾਅਦ 'ਚੋਂ ਨੁਕਸਾਨ ਹੁੰਦਾ ਹੈਗਾ ਕਿ ਇਨਵੈਸਟਰ ਨੂੰ ਤੁਹਾਡੀ ਕੰਪਨੀ 'ਚ ਬਹੁਤ ਕੁਝ ਦੇਖ ਗਿਆ, ਤਾਂ ਉਹਨੂੰ ਲੱਗਣਾ ਹੈਗਾ ਕਿ 90 ਦਾ ਓਕੇ। ਸੋ ਉਹਨੂੰ ਇਹੀ ਲੱਗਣਾ ਹੈਗਾ ਕਿ ਮੇਰੇ ਪੈਸੇ ਕਰਕੇ ਹੀ ਕੰਪਨੀ ਅੱਜ ਇੱਥੇ ਤੱਕ ਪਹੁੰਚੀ ਹੈਗੀ ਆ। ਜੇ ਨਾ ਮੈਂ ਪੈਸੇ ਦਿੰਦਾ ਤਾਂ ਕੰਪਨੀ ਇੱਥੇ ਪਹੁੰਚਣਾ ਹੀ ਨਹੀਂ ਸੀਗਾ, ਠੀਕ ਹੈ। ਮੇਰੇ ਕੰਟੈਕਟਸ ਕਰਕੇ ਪਹੁੰਚੀ ਆ, ਸਮਥਿੰਗ ਲਾਈਕ ਦੈਟ। ਸੋ ਉਹਦੇ ਕਰਕੇ ਇਨਵੈਸਟਰ ਨੂੰ ਜਾਂ ਫਿਰ ਕੰਪਨੀ 'ਚ ਬਹੁਤ ਆਈਡੀਆ ਤੁਹਾਡਾ ਦਮਦਾਰ ਹੁੰਦਾ ਹੈਗਾ। ਤੁਹਾਡੇ 'ਚ ਦਮ ਹੈਗਾ ਉਹ ਆਈਡੀਆ ਨੂੰ ਕਰਨ ਵਾਸਤੇ ਜਾਂ ਨਹੀਂ, ਉਹ ਤੁਹਾਡੇ 'ਤੇ ਡਿਪੈਂਡ ਕਰਦਾ ਹੈਗਾ। ਆਈਡੀਆ 'ਚ ਕਮੀ ਨਹੀਂ ਹੁੰਦੀ ਹੈਗੀ, ਬੰਦੇ 'ਚ ਕਮੀ ਹੁੰਦੀ ਹੈਗੀ। ਸੋ ਤੁਸੀਂ ਇੱਕ ਕੰਪਨੀ ਨੂੰ ਇੱਕ ਵਿਜ਼ਨ ਨਾਲ ਸੋਚਿਆ ਹੋਇਆ ਕਿ ਲਾਈਕ ਮੈਂ ਇੱਦਾਂ ਲੈ ਕੇ ਜਾਣਾ ਕੰਪਨੀ ਨੂੰ, ਦੂਸਰੇ ਬੰਦੇ ਨੇ ਕਿਸੇ ਹੋਰ ਤਰੀਕੇ ਨਾਲ ਸੋਚਿਆ ਮੈਂ ਇੱਦਾਂ ਲੈ ਕੇ ਜਾਣਾ ਕੰਪਨੀ ਨੂੰ। ਜਿਹੜਾ ਤੁਹਾਡਾ ਇਨਵੈਸਟਰ ਹੈਗਾ, ਫਿਰ ਉਹ 2 ਥਾਟਸ ਕਲੈਸ਼ ਕਰ ਗਏ ਨਾ। ਫਿਰ ਜਿੰਦੇ ਕੋਲ ਪੈਸਾ, ਜਿੰਦੇ ਕੋਲ ਕੰਟੈਕਟਸ ਹੈ ਜਾਂ ਜੋ ਵੀ ਹੈਗਾ ਐਕਸਪੀਰੀਅੰਸ ਹੈਗਾ, ਉਹਨੇ ਖਿੱਚ ਲੈਣਾ ਹੈਗਾ। ਉਹ ਤੋਂ ਹੀ ਮੈਨੂੰ ਇੱਕ ਗੱਲ ਯਾਦ ਆ ਗਈ ਰੀਅਲ ਏਸਟੇਟ ਦੀ। ਇਹਦੇ 'ਚੋਂ ਜਦੋਂ ਇਹਨਾਂ ਨੇ ਸਟਾਰਟ ਕੀਤੀ ਸੀਗੀ ਆਪਣੀ ਕੰਪਨੀ, ਐਲਨ ਮਸਕ ਨੇ, SpaceX, ਹਾਂਜੀ। ਤੇ ਇੱਕ ਨਾ ਰੀਅਲਟਰ ਮੈਂ ਦੇਖਦਾ ਆ, ਰੀਅਲਟਰ ਐਂਡ ਇਨਵੈਸਟਰ ਆ /ਇਨਵੈਸਟਰ ਆ, ਤੇ ਉਹਨੇ ਇੱਕ ਬਿਲਡਿੰਗ ਖਰੀਦੀ, ਵੱਡੀ ਬਿਲਡਿੰਗ ਸੀਗੀ, 9-10 ਫਲੋਰਸ ਦੀ ਆਫਿਸ ਬਿਲਡਿੰਗ। ਸੋ ਉਹ ਕੰਪਨੀ ਇੱਕ ਹੀ ਕੰਪਨੀ ਨੇ ਐਕਵਾਇਰ ਕੀਤੀ ਹੋਈ ਸੀਗੀ, ਉਹ ਕੰਪਨੀ ਸੀਗੀ ਬੋਇੰਗ। ਹਾਂਜੀ। ਤੇ ਉਹ ਕਹਿੰਦਾ ਵਧੀਆ ਪੈਸੇ ਆਈ ਜਾਣੇ ਹੈਗੇ, ਬੋਇੰਗ ਨੇ ਐਕਵਾਇਰ ਕੀਤੀ ਹੈਗੀ ਆ, ਕਿੱਥੇ ਜਾਣੀ ਹੈਗੀ ਆ, ਨਜ਼ਾਰੇ ਲਊਂਗਾ ਮੈਂ। ਤੇ ਉਹ ਜਿਹੜਾ ਕੰਟਰੈਕਟ ਸੀਗਾ ਪਹਿਲੇ SpaceX ਵਾਲਾ, ਜਿਹੜਾ ਕੰਟਰੈਕਟ ਸੀਗਾ ਬੋਇੰਗ ਕੋ ਸੀਗਾ, ਨਾਸਾ ਦਾ ਕੰਟਰੈਕਟ, ਉਹੀ ਉਹ ਤੋਂ ਸਸਤੇ ਪ੍ਰਾਈਸ 'ਚ ਐਲਨ ਮਸਕ ਨੇ ਕਰਤਾ, ਜਿਹੜਾ ਫਾਲਕਨ ਆ ਜਿਹੜਾ।
ਪਹਿਲੀ ਵਾਰੀ ਕ੍ਰੈਸ਼ ਹੋਇਆ, ਦੂਜੀ ਵਾਰੀ ਕ੍ਰੈਸ਼ ਹੋਇਆ, ਤੀਜੀ ਵਾਰੀ 'ਚ ਕਹਿੰਦਾ ਵਰਜ ਆਫ ਬੈਂਕਰਪਸੀ ਤੇ ਫੋਰਥ ਟਾਈਮ ਤੇ ਕਹਿੰਦੇ ਵਰਜ ਆਫ ਬੈਂਕਰਪਸੀ ਸੀਗਾ ਕਹਿੰਦਾ ਲਾਸਟ ਟਾਈਮ ਆ ਹੋ ਜਾਊਗਾ ਠੀਕ ਆ, ਨਹੀਂ ਤੇ ਬਸ ਖਤਮ ਆ SpaceX। ਤੇ ਲਾਸਟ ਟਾਈਮ ਚੱਲ ਗਈ ਤੇ ਉਹ ਕੰਟਰੈਕਟ ਚੱਲ ਗਿਆ SpaceX ਕੋ, ਤੇ ਉਹੀ ਜਿਹੜੀ ਬਿਲਡਿੰਗ ਬੋਇੰਗ ਆਪਰੇਟ ਕਰ ਰਹੀ ਸੀਗੀ ਉਹਨਾਂ ਨੂੰ ਛੱਡਣੀ ਪਈ। ਸੋ ਰੀਅਲ ਏਸਟੇਟ ਇਨਵੈਸਟਰ ਦੀ ਬਿਲਡਿੰਗ ਗਈ ਪੂਰੀ ਬਿਲਡਿੰਗ ਗਈ, ਖਾਲੀ ਹੋ ਗਈ। ਉਹ ਏਡੀ ਵੱਡੀ ਬਿਲਡਿੰਗ ਕਿਹੜੀ ਕੰਪਨੀ ਲੱਭੇ, ਉਹ ਕਿਹੜੀ ਸੌਖੀ ਗੱਲ ਆ। ਫਿਰ ਉਹਨੇ ਕੀ ਕੀਤਾ, ਇੱਕ ਫਲੋਰ ਕੱਟੀ ਵੱਡੀ, ਫਿਰ ਉਹਨੇ ਫਲੋਰਸ ਰੈਂਟ ਕੀਤੀਆਂ, ਕਈ ਫਲੋਰ ਰੈਂਟ ਕੀਤੀਆਂ, ਕਈ ਹਾਫ ਫਲੋਰ ਕੀਤਾ, ਇੱਦਾਂ ਸਾਰਾ ਕਰਕੇ ਉਹਨੇ ਚਲਾਇਆ। ਤੇ ਉਹਨੇ ਇੱਕ ਸਲਾਹ ਦਿੱਤੀ ਸੀਗੀ ਕਦੀ ਵੀ ਉਹ ਬਿਲਡਿੰਗ ਨਾ ਲਓ ਜਿਹੜੀ ਇੱਕ ਪੂਰੀ ਵੱਡੀ ਬਿਲਡਿੰਗ ਹੋਏ ਜਿਹੜੀ ਇੱਕ ਹੀ ਬੰਦਾ ਤੁਹਾਨੂੰ ਰੈਂਟ ਦੇ ਰਿਹਾ ਹੋਏ, ਅਲੱਗ ਹੋਏ, ਡਿਵਾਈਡਡ ਹੋਏ। ਇੱਕ ਛੱਡ ਜੂਗਾ ਤੇ ਦੂਜਾ ਤੇ ਹੈਗਾ ਨਾ, ਜੇ ਦੂਜਾ ਛੱਡ ਜੂਗਾ ਤੀਜਾ ਤੇ ਹੈਗਾ ਨਾ। ਸੋ ਸੈਂਸ ਆਫ ਸਿਕਿਉਰਿਟੀ ਹੋ ਜਾਂਦੀ ਆ। ਇੱਦਾਂ ਹੀ ਆਈਡੀਆਜ਼ ਨਾ ਕਰਨਾ ਚਾਹੀਦਾ ਗਾ। ਆਈਡੀਆਜ਼ ਇੱਕ ਤੇ ਸਾਰੀ ਲਾਈਫ ਨਾਲ ਟਕਾ ਦਿਓ। ਇੱਕ ਆਈਡੀਆ ਨਹੀਂ ਚੱਲੇਗਾ, ਕਿਸੇ ਨੇ ਹੋਰ ਨੇ ਕਰ ਲਿਆ ਜਾਂ ਫਿਰ ਫਲॉप ਹੋ ਗਿਆ, ਸਮਝ ਲੈ ਫਿਰ ਕੋਈ ਹੋਰ ਆਈਡੀਆ ਲੈ ਕੇ ਆਓ, ਕਿਉਂਕਿ ਇਫ ਯੂ ਹੈਵ ਬ੍ਰੇਨ ਯੂ ਕੈਨ ਇਨਵੈਂਟ ਸੋ ਮੈਨੀ ਆਈਡੀਆਜ਼। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਸੋਚਿਆ ਸੀਗਾ ਯਾਰ ਸਾਰੇ ਮੈਂ ਜਦੋਂ ਦੇਖਦਾ ਹੁੰਦਾ, ਜੋ ਟਿਕਟੌਕ ਨਹੀਂ ਆਈ ਸੀਗੀ, ਟਿਕਟੌਕ ਦੀ ਬੂਮ ਨਹੀਂ ਆਈ ਸੀਗੀ, ਕਿ ਕੋਈ ਦੱਸਦਾ ਕਿਉਂ ਨਹੀਂ ਗਾ, ਕਿ ਉੱਤੋਂ ਤਾਂ ਸਾਰੇ ਦੱਸੀ ਜਾਂਦੇ ਕੀ ਹੈਗਾ, ਅੰਦਰੋਂ ਕੋਈ ਨਹੀਂ ਦੱਸਦਾ ਹੈਗਾ। ਜਦੋਂ ਦੀ ਟਿਕਟੌਕ ਆਈ ਹੈ ਜਾਂ ਹੋਰ YouTube ਤੇ ਜਿਹੜੇ ਰੀਅਲ ਏਸਟੇਟ ਇਨਵੈਸਟਰ ਬ੍ਰੋਕਰ ਸਾਰੇ YouTube ਤੇ ਆ ਗਏ ਹੈਗੇ ਆ, ਉਹਨਾਂ ਨੂੰ ਵੀ ਪਤਾ ਫਾਇਦਾ ਇੱਥੇ ਹੈਗਾ, ਆਡੀਅנס ਮਿਲਦੀ ਹੈਗੀ ਤੁਹਾਨੂੰ। ਤੇ ਮੈਂ ਸੋਚਿਆ ਕਿ ਯਾਰ ਮੈਂ ਕਰੂੰਗਾ ਉਹ ਚੀਜ਼, ਤੇ ਉਹ ਚੀਜ਼ ਤੇ ਹੋਣ ਹੀ ਲੱਗ ਪਈ। ਹੁਣ ਟਿਕਟੌਕ ਦੀ 60 ਸੈਕਿੰਡ ਵੀਡੀਓ ਦੇ ਵਿੱਚ ਜਿਹੜੇ ਰੀਅਲ ਏਸਟੇਟ ਏਜੰਟਸ ਆ / ਇਨਵੈਸਟਰ ਆ, ਉਹ ਸਾਰਾ ਕੁਝ ਦੱਸਣ ਦਿਆ ਕਿੱਦਾਂ ਪ੍ਰੋਪਰਟੀ ਮੈਨੇਜ ਕਰਨੀ ਹੈ, ਕਿੱਦਾਂ 60 ਸੈਕਿੰਡ ਦੇ ਵਿੱਚ ਸਾਰਾ ਕੁਝ ਦੱਸੀ ਜਾ ਰਿਹਾ। ਉਹ ਇੱਕ ਬੜੀ ਵੱਡੀ ਨੌਲੇਜ ਹੈ ਜਿਹੜੀ ਜੀ ਤੁਹਾਨੂੰ ਨਹੀਂ ਪਤਾ ਉੱਥੋਂ। ਹੁਣ ਆਪਾਂ ਕਹਿੰਦੇ ਟਿਕਟੌਕ ਬਕਵਾਸ ਆ, ਟਿਕਟੌਕ ਬਕਵਾਸ ਨਹੀਂ ਵੀ ਆ ਤੇ ਬਕਵਾਸ ਹੈ ਵੀ, ਇਹ ਤੁਹਾਡੇ ਤੇ ਡਿਪੈਂਡ ਕਰਦਾ ਉਹਨੂੰ ਤੁਸੀਂ ਪੋਜ਼ਿਟਿਵ 'ਚ ਯੂਜ਼ ਕਰਨਾ ਜਾਂ ਨੈਗੇਟਿਵ 'ਚ ਯੂਜ਼ ਕਰਨਾ। ਉਹਦੇ ਇੰਨੇ ਰੀਅਲ ਏਸਟੇਟ ਇਨਵੈਸਟਰ ਬੈਠੇ ਆ ਨਾ ਉੱਥੇ ਵੀਡੀਓਜ਼ ਪਾਉਂਦੇ ਆ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿੰਨਾ ਕੋਈ ਮੈਂ ਨਵੀਆਂ ਚੀਜ਼ਾਂ ਸਿੱਖ ਲਈਆਂ ਜਿਹੜੀਆਂ ਮੈਨੂੰ ਨਹੀਂ ਪਤਾ ਸੀਗੀਆਂ। ਸੋ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਦੱਸਦੇ ਨਹੀਂ ਗਏ ਰੀਅਲ ਏਸਟੇਟ ਇਨਵੈਸਟਰਸ ਕਿ ਕਿਹੜੀ ਚੀਜ਼ ਕਿੱਦਾਂ ਕਰਨੀ ਆ, ਕਿਹੜੀ ਚੀਜ਼ ਕਿੱਦਾਂ ਨਹੀਂ ਕਰਨੀ। ਹੁਣ ਆਪਾਂ ਬੈਕ ਆ ਜੀ ਐਂਟਰਪ੍ਰੈਨਿਓਰ ਵਾਲੇ ਟੌਪਿਕ ਤੇ ਟੈਸਲਾ ਦੀ ਗੱਲ ਕਰ ਰਹੇ ਸੀਗੇ ਆਪਾਂ। ਸੋ ਟੈਸਲਾ ਬਹੁਤ ਕੁਝ ਸਿਖਾਉਂਦੀ ਹੈਗੀ ਹੈ, ਐਲੋਨ ਮਸਕ ਦਾ ਨੇਚਰ ਵੀ ਸਿਖਾਉਂਦਾ ਹੈਗਾ ਕਿ 2008 'ਚ ਜਦੋਂ ਆਪਣਾ ਰਿਸੈਸ਼ਨ ਆਇਆ ਸੀਗਾ, ਉਦੋਂ ਸਾਰੀਆਂ ਕੰਪਨੀਆਂ ਹੀ ਸਫਰ ਕਰ ਰਹੀਆਂ ਸੀਗਾ, ਆਟੋਮੋਬਾਈਲ ਇੰਡਸਟਰੀ ਬਹੁਤ ਸਫਰ ਕਰ ਰਹੀ ਸੀਗੀ। ਤਾਂ ਵੀ ਉਹਦੇ ਕੋਲ ਦੋ ਆਪਸ਼ਨ ਸੀਗੀਆਂ, ਜਾਂ ਤਾਂ ਉਹ ਇੱਕ ਕੰਪਨੀ ਸਾਰਾ ਪੈਸਾ ਪਾ ਦੇ ਤੇ ਉਸ ਕੰਪਨੀ ਨੂੰ ਬਚਾ ਲੇ, ਤੇ ਜਾਂ ਫਿਰ ਦੋਨਾਂ ਕੰਪਨੀਆਂ 'ਤੇ ਅੱਧਾ ਪੈਸਾ ਪਾ ਦੇ ਤੇ ਦੇਖੇ ਕੋਈ ਸਰਵਾਈਵ ਕਰ ਗਈ ਜਾਂ ਨਹੀਂ ਕਰਦੀ ਹੈਗੀ, ਰਾਈਟ। ਸੋ ਉਹਦਾ ਬੈਟ ਉਹਨੂੰ ਸਾਥ ਦੇਗੀ ਤੇ ਉਸੇ ਕਰਕੇ ਉਹਨੇ ਦੋਨੇ ਕੰਪਨੀ ਸਰਵਾਈਵ ਕਰ ਗਈਆਂ। ਉਸੇ ਨੇਚਰ ਕਰਕੇ ਹੀ ਅੱਜ ਟੈਸਲਾ ਦਾ ਸਟਾਕ ਸਭ ਤੋਂ ਉੱਪਰ ਹਾਈ ਹੈਗਾ। ਜਿੰਨਾ ਵੀ ਸਾਰਾ ਕੁਝ ਡਾਊਨ ਗਿਆ ਸੀਗਾ COVID-19 ਕਰਕੇ, ਵੀ ਹੁਣ ਟੈਸਲਾ ਨੇ ਇੰਨੀ ਛੇਤੀ ਬਾਉਂਸ ਬੈਕ ਕੀਤਾ ਜਸਟ ਬਿਕੋਜ਼ ਆਫ ਵਨ ਮੈਨਸ ਨੇਚਰ ਨੈਵਰ ਟੂ ਕੁਇਟ। ਮੇਰਾ ਇੱਕ ਕੁਐਸਚਨ ਹੈਗਾ ਕੰਪੀਟੀਸ਼ਨ ਤੇ। ਹੁਣ ਜਦੋਂ ਟੈਸਲਾ ਆਈ 2012 'ਚ ਟੈਸਲਾ ਮਾਡਲ S ਲਾਂਚ ਹੋਈ ਸੀਗੀ, ਉਦੋਂ ਜਿੰਨੀ ਫਿਊਚਰਿਸਟਿਕ ਕਾਰ ਉਹ ਸੀਗੀ ਉਨੀ ਕੋਈ ਨਹੀਂ ਹੈਗੀ ਸੀ ਐਟ ਦ ਟਾਈਮ, ਜਿੰਨੀ ਟੈਕਨੋਲੋਜੀ ਸੀਗੀ ਉਹ ਕਾਰ ਦੇ ਵਿੱਚ। ਤੇ ਜਿਹੜੇ ਸਥਾਪਿਤ ਬ੍ਰਾਂਡਸ ਆ, ਉਹ ਨਾਮ ਨਹੀਂ ਲੈਣਾ ਚਾਹੂੰਗਾ, ਪਤਾ ਹੀ ਆ ਜਿਹੜੇ ਬ੍ਰਾਂਡਸ ਆ ਲਗਜ਼ਰੀ ਬ੍ਰਾਂਡਸ ਹੋ ਗਏ ਸਾਰੇ, ਉਹਨਾਂ ਕੋਲ ਨਹੀਂ ਟੈਕਨੋਲੋਜੀ ਨਹੀਂ ਸੀਗੀ ਜਿੰਨੀ ਟੈਸਲਾ ਨੇ ਇੰਟਰੋਡਿਊਸ ਕਰਤੀ, ਤੇ ਉਹਨਾਂ ਨੂੰ ਹੁਣ ਤੱਕ ਉਹ ਕੈਚ ਅਪ ਕਰਨ ਦੇ ਆ ਉਹ ਟੈਕਨੋਲੋਜੀ ਦੇ ਪਿੱਛੇ। ਤੇ ਤੁਸੀਂ ਕੀ ਸੋਚਦੇ ਹੋ ਕੰਪੀਟੀਸ਼ਨ ਬਾਰੇ? ਕੰਪੀਟੀਸ਼ਨ ਹੋਣਾ ਚਾਹੀਦਾ ਆ? ਕੰਪੀਟੀਸ਼ਨ ਡੈਫੀਨਿਟਲੀ ਹੋਣਾ ਚਾਹੀਦਾ ਹੈਗਾ। ਕੰਪੀਟੀਸ਼ਨ ਤੁਹਾਨੂੰ ਬਹੁਤ ਕੁਝ ਸਿਖਾਉਂਦਾ ਹੈਗਾ। ਜੇ ਕੰਪੀਟੀਸ਼ਨ ਨਾ ਹੋਵੇ ਫਿਰ ਤੁਸੀਂ ਆਪਦੀ ਪ੍ਰਾਈਸ ਬ੍ਰੈਕ ਕਰ ਸਕਦੇ ਹੋ, ਬਟ ਦੈਟ ਇਜ਼ ਨਾਟ ਗੁੱਡ ਥਿੰਗ ਨਾ। ਵੀ ਕਸਟਮਰ ਨੂੰ ਕੰਪੀਟੀਸ਼ਨ ਮਿਲਣਾ ਚਾਹੀਦਾ ਹੈਗਾ ਤਾਂ ਕਰਕੇ ਉਹਨੂੰ ਸਭ ਤੋਂ ਬੈਸਟ ਚੀਜ਼ ਸਭ ਤੋਂ ਸਹੀ ਰੇਟ 'ਤੇ ਮਿਲੇ। ਕਸਟਮਰ ਵਾਸਤੇ ਵਧੀਆ ਗਿਆ, ਤੁਹਾਡੇ ਵਾਸਤੇ ਵਧੀਆ ਗਿਆ, ਤੁਸੀਂ ਗਰੋ ਕਰਦੇ ਰਹੋਗੇ। ਤੇ ਤੁਸੀਂ ਇਕੱਲੇ ਮਾਰਕੀਟ 'ਚ ਹੈਗੇ ਹੋ, BC ਫੈਰੀਜ਼ ਹੈ, ਇਕੱਲੇ ਹੈ ਨਾ, ਇਕੱਲੇ ਆ, ਹਾਂ। ਤੇ ਉਹ ਗਰੋ ਕਰਨਾ ਉਹਨਾਂ ਨੇ, ਕੋਈ ਚੇਂਜਸ ਲੈ ਕੇ ਆਉਣੇ, ਕਸਟਮਰ ਵਾਸਤੇ ਕੁਛ ਕਰਨਾ ਹੈਗਾ, ਨਥਿੰਗ। ਸੋ ਇਕੱਲੇ ਜਦੋਂ ਹੁੰਦੇ ਗਿਆ ਤਾਂ ਬਿਜ਼ਨਸ 'ਤੇ ਕੋਈ ਗਰੋਥ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ। ਤੁਸੀਂ ਜੇ ਪ੍ਰਾਈਸ ਚੱਕ ਵੀ ਦਿੱਤੀ, ਲੋਕਾਂ ਨੂੰ ਪੇ ਤਾਂ ਕਰਨੀ ਪੈਣੀ ਹੈ, ਬਟ ਉਹਨਾਂ ਨੇ ਪਿੱਛੋਂ ਬੋਲੀ ਹੈ ਨਾ ਕਿ ਲਾਈਕ ਸੇਮ ਸਰਵਿਸ ਤਾਂ ਅਸੀਂ ਵੱਧ ਪੇ ਕਰਦੇ ਪਏ ਹੈਗੇ ਹਾਂ, ਕੋਈ ਫਰਕ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ। ਬਟ ਜੇ ਕੰਪੀਟੀਸ਼ਨ ਹੋਵੇ ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਲਾਈਕ ਹਾਂ ਉਹ ਬੈਟਰ ਹੈ ਜਾਂ ਇਹ ਬੈਟਰ ਹੈ ਜਾਂ ਇਹ ਬੈਟਰ ਹੈ, ਤਾਂ ਕਿਵੇਂ ਬੈਟਰ ਹੈ। ਸੋ ਪ੍ਰਾਈਸ ਵੀ ਕਿਹੜਾ ਬੈਟਰ ਹੈ। ਤੁਹਾਨੂੰ ਕੀ ਲੱਗਦਾ BC ਫੈਰੀਜ਼ ਦਾ ਕੋਈ ਤੋੜ ਹੈਗਾ?
ਮੈਨੂੰ ਲੱਗਦਾ ਕਿਸ ਲੈਵਲ ਤੋਂ ਹੋ ਸਕਦਾ, ਪਰ ਉਹ ਥੋੜਾ ਹਾਈ ਲੈਵਲ ਆ ਜਿੱਥੇ ਗਵਰਨਮੈਂਟ ਇਨਵੋਲਵ ਹੋ ਜਾਂਦੀ ਹੈ ਨਾ, ਤਾਂ ਹੀ ਉਹ ਗਵਰਨਮੈਂਟ ਸੈਕਟਰ ਕਿਉਂ ਸਫਰ ਕਰਦੇ ਹੁੰਦੇ ਆ, ਕਿਉਂਕਿ ਆਪਦਾ ਉਹ ਨਾ ਇਦਾਂ ਬਣਾ ਲੈਂਦੇ ਕਿ ਮੋਨੋਪੋਲੀ ਬਣਾ ਲੈਂਦੇ ਹੈਗੇ ਆ ਕਿ ਸਾਨੂੰ ਕੋਈ ਨਾ ਛੇੜ ਸਕੇ, ਸਾਡੀ ਆਹ ਚੀਜ਼ ਹੈਗੀ ਆ, ਅਸੀਂ ਹੀ ਕਰਨੀ ਹੈਗੀ ਆ। ਉਹਦੇ ਚੱਕਰ ਦੇ ਵਿੱਚ ਦੇ ਆਰ ਲੂਜ਼ਿੰਗ ਦੈਮਸੈਲਵਸ। ਕੰਪੀਟੀਸ਼ਨ ਆਲਵੇਜ਼ ਅ ਗੁੱਡ ਥਿੰਗ। ਯਾ ਮੈਂ ਇੱਕ ਵੈਸੇ ਤੁਹਾਨੂੰ ਗੱਲ ਸੁਣਾਉਣਾ ਬਿਜ਼ਨਸ, ਜੇ ਆਪਾਂ ਗਵਰਨਮੈਂਟ ਦੀ ਗੱਲ ਕਰ ਰਹੇ ਹਾਂ, ਇੱਕ ਇੰਡੀਆ ਕੰਪਨੀ ਸੀਗੀ BSNL ਹੈਗੀ ਆ। BSNL ਠੀਕ ਆ, ਗਵਰਨਮੈਂਟ ਦੀ ਕੰਪਨੀ ਆ। ਇੱਕ ਟਾਈਮ ਤੇ ਉਹ ਬਹੁਤ ਜ਼ਿਆਦਾ ਪ੍ਰੋਫਿਟ ਸੀਗੀ, ਹਾਂਜੀ ਠੀਕ ਹੈ। ਉਹ ਸੈਕਟਰ ਜਦੋਂ ਇੰਟਰਨੈਟ ਦਾ ਸੈਕਟਰ ਬੂਮ ਹੋ ਰਿਹਾ ਸੀਗਾ, ਹੌਲੀ ਹੌਲੀ ਉੱਪਰ ਜਾ ਰਿਹਾ ਸੀਗਾ ਇੰਟਰਨੈਟ ਦਾ। ਹਾਂਜੀ। ਸੋ ਆਪਾਂ ਅਪਲਾਈ ਕੀਤਾ BSNL ਲਈ, ਇੰਟਰਨੈਟ ਲਈ। ਪੁਰਾਣੀ ਗੱਲ ਆ ਬਹੁਤ, ਐਂਡ 2 ਮਹੀਨੇ ਹੋ ਗਏ, ਕੁਛ ਨਹੀਂ ਆਇਆ। ਤੇ ਉਦੋਂ ਨਵੀਂ ਕੰਪਨੀ ਆਈ ਸੀ, ਪ੍ਰਾਈਵੇਟ ਕੰਪਨੀ ਸੀ, ਉਹਦਾ ਨਾਮ ਸੀ ਕਨੈਕਟ। ਯਾ ਅਪਲਾਈ ਕੀਤਾ, 3 ਦਿਨਾਂ 'ਚ ਆ ਕੇ ਲਾ ਗਏ ਸਾਡਾ। ਸਰਵਿਸ ਦਾ ਬਹੁਤ ਮੈਟਰ ਸਰਵਿਸ ਬਹੁਤ ਮੈਟਰ ਕਰਦੀ ਹੀ ਹੈ ਬਿਜ਼ਨਸ ਦੇ ਵਿੱਚ। ਤੇ ਨਾਲੇ ਇਹ ਵੀ ਪਤਾ ਹੀ ਆ, ਉਹ ਕੰਪਨੀ ਜਦੋਂ ਤੱਕ ਮੈਂ ਸੁਣਿਆ ਆ, ਕਹਿੰਦੇ ਠੱਪ ਕੀਤੀ ਗਈ ਆ। ਉਹਦੇ 'ਚ ਪਤਾ ਕੀ ਹੁੰਦਾ ਗਾ, ਜਦੋਂ ਤੁਹਾਡੀ ਕੰਪਨੀ ਬਹੁਤ ਵੱਡੀ ਹੁੰਦੀ ਨਾ, ਉਹਨੂੰ ਆਪਾਂ ਡਿਫਾਈਨ ਕਰਦੇ ਕਿ ਲਾਈਕ ਨਾ ਇਟ ਇਜ਼ ਐਨ ਐਲੀਫੈਂਟ। ਓਕੇ। ਐਲੀਫੈਂਟ ਲਈ ਹੁਣ ਭਜਣਾ ਔਖਾ ਹੋ ਜਾਂਦਾ, ਕਿਉਂਕਿ ਉਹਨੇ ਨਾ ਸਾਰਾ ਇਕੱਲਾ ਸਟੈਪ ਵੀ ਦੇਖਣਾ ਨਾ, ਉਹਨੇ ਬਹੁਤ ਕੁਝ ਦੇਖਣਾ ਪਏਗਾ। ਜਦੋਂ ਛੋਟੀ ਕੰਪਨੀ ਹੁੰਦੀ ਹੈ, ਉਹ ਐਜ਼ ਅ ਰੈਬਿਟ ਹੁੰਦਾ ਹੈ, ਛੋਟਾ ਰੈਬਿਟ ਹੈਗਾ, ਜਿਵੇਂ ਮਰਜ਼ੀ ਇੱਥੇ ਮਰਜ਼ੀ ਘੁੰਮ ਫਿਰ ਕੇ ਕਰ ਸਕਦਾ ਹੈਗਾ। ਸੋ ਜਦੋਂ ਛੋਟੀ ਹੈ ਕੰਪਨੀ, ਤੁਸੀਂ ਨਿੱਕੇ ਨਿੱਕੇ ਚੀਜ਼ਾਂ 'ਤੇ ਫੋਕਸ ਕਰਕੇ ਇੱਕ ਸ਼ਹਿਰ 'ਚ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਆ ਸਕਦੇ ਹੋ ਚੀਜ਼ਾਂ। ਪਰ ਤੁਹਾਡੀ ਉਹੀ ਕੰਪਨੀ ਜੋ ਬਹੁਤ ਵੱਡੀ ਹੋ ਜਾਂਦੀ ਹੈਗੀ ਆ, ਤੁਸੀਂ ਇਕੱਲੇ ਨਹੀਂ ਸੰਭਾਲ ਸਕਦੇ ਹੈਗੇ। ਕੌਣ ਕਿਹੜਾ ਸੈਕਟਰ ਖਰਾਬ ਕਰ ਰਿਹਾ ਹੈਗਾ, ਤੁਹਾਨੂੰ ਪਤਾ ਤੱਕ ਨਹੀਂ ਲੱਗਦਾ ਹੈਗਾ। ਸੋ ਉਹਦੇ ਕਰਕੇ ਜਦੋਂ ਵੱਡੀ ਕੰਪਨੀ ਹੋ ਜਾਂਦੀ ਹੈਗੀ ਆ, ਉਹਨਾਂ ਦਾ ਫਾਲਟ ਵੀ ਨਹੀਂ ਰਹਿ ਜਾਂਦਾ ਗਾ, ਉਹਨਾਂ ਨਾਲ ਇੱਦਾਂ ਹੁੰਦਾ ਹੀ ਹੈਗਾ। ਪਰ ਹੁਣ ਆਪਾਂ ਜਿੱਦਾਂ ਗੱਲ ਕਰਦੇ ਹਾਂ ਵੱਡੀਆਂ ਕੰਪਨੀਜ਼ ਆ, ਹਨਾ, ਕਈਆਂ ਦੇ ਰੈਸਟੋਰੈਂਟਸ ਹੁੰਦੇ ਆ, ਕਹਿੰਦੇ ਕਿ ਯਾਰ ਸਾਡੇ ਕੋਲ ਇੱਕ ਲਿਕਰ ਸਟੋਰ ਜਾਂ ਇੱਕ ਰੈਸਟੋਰੈਂਟ ਹੀ ਨਹੀਂ ਮੈਨੇਜ ਹੋ ਰਿਹਾ, ਇਹ ਪਤਾ ਨਹੀਂ। ਹੁਣ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਆ, ਮੈਕਡੋਨਲਡਸ ਆ, ਇਹ ਵੀ ਤਾਂ ਚਲਾ ਹੀ ਰਹੇ ਆ। ਹੁਣ ਜਿੱਦਾਂ ਆਪਾਂ ਆਈਲੈਂਡ ਦੀ ਗੱਲ ਕਰ ਲਈਏ, ਇੱਕ ਹੀ ਬੰਦੇ ਦੇ ਆ ਸਾਰੇ ਮੈਕਡੋਨਲਡਸ ਉੱਤੇ, 12-13 ਮੈਕਡੋਨਲਡ ਆ, ਜ਼ਿਆਦਾ ਹੀ ਹੋਣੇ ਆ ਮੈਨੂੰ ਲੱਗਦਾ। ਉਹ ਵੀ ਤਾਂ ਬੰਦਾ ਹੈ ਨਾ, ਮੈਨੇਜ ਕਰ ਰਿਹਾ। ਇਟ ਇਜ਼ ਆਲ ਅਬਾਊਟ ਪਰਸਨੈਲਿਟੀ। ਉਹ ਤਾਂ ਪਹਿਲਾਂ ਹੀ ਗੱਲ ਖਤਮ ਕਰਤੀ ਨਾ ਕਿ ਵੀ ਪਰਸਨੈਲਿਟੀ ਟਾਈਪ 'ਤੇ ਹੀ ਬਿਜ਼ਨਸ ਸਟੈਂਡ ਕਰਦੇ ਨੇ। ਇਲੋਨ ਮਸਕ ਦੇ ਕਰਕੇ ਹੀ ਉਹ ਚੀਜ਼ ਸਟੈਂਡ ਹੋ ਗਈ ਆ। ਬਾਕੀ ਵੀ ਤੁਹਾਡੀ ਇੱਕ ਕੈਮਰੇ ਦੀ ਆਪਣੀ ਬੈਟਰੀ ਡੈਡ ਹੋ ਗਈ ਹੈ, ਬੈਟਰੀ ਚੇਂਜ ਕਰਨੀ ਪੈਣੀ, ਕੋਈ ਨਹੀਂ। ਸੋ ਤੁਹਾਡੀ ਪਰਸਨੈਲਿਟੀ ਟਾਈਪ ਹੀ ਬਹੁਤ ਮੈਟਰ ਕਰਦੀ ਹੈਗੀ ਆ। ਹਿਟਲਰ ਵੀ ਸੀਗਾ, ਰਾਈਟ, ਪਰਸਨੈਲਿਟੀ ਸੀਗੀ, ਇੰਨਾ ਲੈ ਗਿਆ, ਠੀਕ ਹੈ। ਜਾਂ ਕੋਈ ਵੀ ਬੰਦਾ ਹੁੰਦਾ, ਲਾਈਕ ਪਰਸਨੈਲਿਟੀ 'ਤੇ ਹੀ ਡਿਪੈਂਡ ਕਰਦਾ ਹੈਗਾ। ਤੁਹਾਨੂੰ ਮੈਨੇਜ ਕਰਨਾ ਆਉਂਦਾ ਹੈਗਾ, ਤੁਸੀਂ 1000 ਬੰਦਾ ਮੈਨੇਜ ਵੀ ਕਰ ਸਕਦੇ ਹੋ। ਤੁਹਾਨੂੰ ਨਹੀਂ ਕਰਨਾ ਆਉਂਦਾ ਹੈਗਾ, ਤੁਸੀਂ ਆਪਦੇ ਆਪ ਨੂੰ ਮੈਨੇਜ ਨਹੀਂ ਕਰ ਸਕਦੇ। ਮੈਨੂੰ ਲੱਗਦਾ ਤੁਹਾਨੂੰ ਮੈਨੇਜਮੈਂਟ ਹੀ ਉਸ ਹਿਸਾਬ ਨਾਲ ਰੱਖਣੀ ਪੈਂਦੀ ਹੈ ਕਿ ਉਹਨਾਂ ਨੂੰ ਵੀ ਲੱਗੇ ਕਿ ਜੇ ਅਸੀਂ ਕੰਮ ਨਹੀਂ ਕਰਾਂਗੇ, ਸਾਡਾ ਕੋਈ ਫਾਇਦਾ ਨਹੀਂ। ਯੈਸ, ਸਮਝੇ ਕਿ ਨਹੀਂ? ਉਹ ਮੈਨੂੰ ਲੱਗਦਾ ਉਹ ਇੱਕ ਸਟ੍ਰੈਟੇਜਿਕ ਵੇ ਨਾਲ ਬਣਾ ਦਿੰਦੇ ਹੈਗੇ ਆ ਕਿ ਕੰਪੀਟੀਸ਼ਨ ਕ੍ਰੀਏਟ ਕਰ ਦਿੰਦੇ ਹੈਗੇ ਆ। ਉਹ ਜਿੱਦਾਂ ਇੱਕ ਰੈਸਟੋਰੈਂਟ ਦੇ ਵਿੱਚ ਹੀ ਬਿਟਵੀਨ EMPLOYEES ਉਹ ਹਰ ਇੱਕ ਨੂੰ ਹੁੰਦਾ ਕਿ ਮੈਂ ਵਧੀਆ ਕਰਾਂ, ਮੇਰੀ ਟੌਰ ਬਣੇਗੀ ਓਨਰ ਸਾਹਮਣੇ, ਮੈਂ ਵਧੀਆ ਕਰਾਂ, ਮੇਰੀ ਟੌਰ ਬਣੇਗੀ। ਸੋ ਉਹ ਉਹੀ ਚੱਕਰ ਵਿੱਚ ਘੁੰਮਦੇ ਰਹੇਗੇ, ਉਹ ਓਨਰ ਪੈਸੇ ਕਮਾਈ ਜਾਂਦਾ ਵੱਧ ਤੋਂ ਵੱਧ। ਇਹ ਵੀ ਸਟ੍ਰੈਟੇਜੀਜ਼, ਇਹ ਵੀ ਜਿਹਨੂੰ ਆਪਾਂ ਹਿੰਦੀ 'ਚ ਕਹਿ ਦਿੰਦੇ, ਇਹ ਵੀ ਇੱਕ ਚੱਕਰ ਵੀ ਹੋਈ ਹੈ, ਕਹਿ ਸਕਦੇ ਆ ਨਾ। ਹਾਂਜੀ। ਹੋਰ ਆਪਾਂ ਕਿਹਦੇ ਬਾਰੇ ਗੱਲ ਕਰ ਸਕਦੇ ਹਾਂ? ਹੋਰ ਥੋੜੀ ਆਪਾਂ ਤੁਹਾਡੀ ਦੂਸਰੀ ਕੰਪਨੀ ਬਾਰੇ ਵੀ ਗੱਲ ਕਰ ਸਕਦੇ ਹਾਂ, ਉਹਦੇ ਬਾਰੇ ਵੀ ਕਰ ਸਕਦੇ ਹਾਂ, ਥੋੜਾ ਬਹੁਤ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਦੂਸਰੀ ਕੰਪਨੀ ਹੈਗੀ ਆ ਸਾਡੀ ਵੈਡਿੰਗਸ ਦੇ ਰਿਗਾਰਡਿੰਗ, ਕਿਉਂਕਿ ਵੈਡਿੰਗਸ ਇੱਕ ਇਹੀ ਮੋਨੋਪੋਲੀ ਬਣੀ ਸੀਗੀ ਇੰਡੀਆ 'ਚ, ਤੇ ਵੀ ਸਪੈਸ਼ਲੀ ਕਿ ਆਪਾਂ ਲੋਕ ਬਹੁਤ ਸਪੈਂਡ ਕਰਦੇ ਹੈਗੇ ਆ, ਪੰਜਾਬੀ ਸਪੈਸ਼ਲੀ। ਸਾਰੀ ਜ਼ਿੰਦਗੀ ਦੀ ਕਮਾਈ ਆਪਾਂ ਨਾ ਵੈਡਿੰਗ 'ਤੇ ਲਾ ਦਿੰਦੇ ਹੈਗੇ ਆ, ਪਰਵਾਹ ਨਹੀਂ ਕਰਦੇ ਕਿ ਲਾਈਕ ਨਾ ਵਿਆਹ ਵਧੀਆ ਹੋਣਾ ਚਾਹੀਦਾ ਹੈਗਾ। ਇਹੀ ਚੱਕਰ ਦੇ ਤੇ ਉਹ ਵੀ ਮੋਨੋਪੋਲੀ ਬਣੀ ਪਈ ਆ। ਜਿਹੜੇ ਸਾਰੇ ਵੈਂਡਰਸ ਹੈਗੇ ਨੇ, ਉਹ ਆਪਦੇ ਉਹਨਾਂ ਨੇ ਸਰਕਲਸ ਬਣਾਏ ਨੇ, ਐਵੇਂ ਅਸੀਂ ਚਾਰਜ ਕਰਨਾ, ਐਵੇਂ ਚਾਰਜ ਕਰਨਾ ਹੈਗਾ। ਸੋ ਕਾਫੀ ਪ੍ਰੋਬਲਮ ਸੀਗੀਆਂ, ਅਸੀਂ ਉਹਨਾਂ ਨੂੰ ਦੇਖੀਆਂ। ਅਸੀਂ ਕਿਹਾ ਕੋਈ ਨਹੀਂ ਅੱਜ ਤੱਕ ਸੋਲਵ ਕਰ ਪਾਇਆ ਹੈਗਾ, ਲੈਟਸ ਟਰਾਈ ਦਿਸ ਥਿੰਗ ਨਾ। ਪ੍ਰੋਬਲਮ ਹੈਗੀ ਸੀਗੀ, ਬਹੁਤ ਵੱਡੀ ਪ੍ਰੋਬਲਮ ਆ, ਤੇ ਉਹਨੂੰ ਸੋਲਵ ਕਰਨ ਦਾ ਅਸੀਂ ਜੁਮਾ ਚੱਕਿਆ 2017 'ਚ। ਸਭ ਤੋਂ ਪਹਿਲਾਂ ਆਈਡੀਆ ਵੀ ਹੁੰਦਾ ਹੀ ਆਇਆ ਸੀਗਾ, ਬਟ ਸਾਨੂੰ ਆਈਡੀਆ ਆਉਂਦੇ ਨਾਲ ਹੀ ਪਤਾ ਲੱਗ ਗਿਆ ਕਿ ਸਾਡੀ ਇੰਨੀ ਨੌਲੇਜ, ਕੈਪੇਬਿਲਿਟੀ, ਕੰਟੈਕਟਸ ਕੁਛ ਨਹੀਂ ਹੈਗਾ। ਉਹਦੇ ਚੱਕਰ 'ਚ ਹੀ ਛੋਟਾ ਆਈਡੀਆ ਅਸੀਂ ਅਫੀਚੀ ਸਟਾਰਟ ਕੀਤਾ ਸੀਗਾ ਕਿ ਉਸ ਤੋਂ ਸਾਰੀਆਂ ਗਲਤੀਆਂ ਕਰਕੇ ਅਸੀਂ ਸਿੱਖ ਲਈਏ, ਕਿਉਂਕਿ ਆਈਡੀਆ ਕੋਈ ਵੀ ਹੈਗਾ, ਯੂ ਕੈਨ ਨੈਵਰ ਬੀ ਸ਼ੋਰ ਕਿ ਤੁਸੀਂ ਗਲਤੀਆਂ ਨਹੀਂ ਕਰੋਗੇ। ਉਹੀ ਤੁਸੀਂ
ਗਲਤੀਆਂ ਕਰਕੇ ਹੀ ਸਿੱਖੋਗੇ। ਤਾਂ ਹੀ ਅਸੀਂ ਇੱਕ ਕੰਪਨੀ ਹੀ ਸਪੈਸ਼ਲੀ ਬਣਾ ਲਈ ਕਿ ਅਸੀਂ ਉਹਦੇ ਤੋਂ ਸਾਰੀਆਂ ਗਲਤੀਆਂ ਕਰ ਲਈਏ, ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ। ਜਿੰਨਾ ਮਰਜ਼ੀ ਖਰਚਾ ਕਰ ਲਈਏ, ਜਿੰਨਾ ਮਰਜ਼ੀ ਗਲਤੀਆਂ ਕਰ ਲਈਏ, ਉਸ ਸੈਕਟਰ 'ਚ ਇੰਨਾ ਫਰਕ ਨਹੀਂ ਪਏਗਾ। ਅਤੇ ਉਸ ਤੋਂ ਸਾਰਾ ਕੁਝ ਸਿੱਖ ਕੇ ਇਸ ਕੰਪਨੀ ਨੂੰ ਗਰੋ ਕਰ ਸਕੀਏ। ਇਹ ਫਾਇਦਾ ਹੋ ਗਿਆ ਨਾ ਤੁਹਾਡਾ ਕਿ ਇੱਕ ਕੰਪਨੀ ਸਟਾਰਟ ਕਰ ਲਈ, ਉਹ ਐਕਸਪੈਰੀਮੈਂਟ ਦੀ ਰੱਖ ਲਈ, ਉਹ 'ਤੇ ਐਕਸਪੈਰੀਮੈਂਟ ਕਰੀ ਜਾਣੇ ਇੱਕ ਦੂਜੀ, ਫਿਰ ਇੱਕ ਹੋਰ ਆ ਜਾਏਗੀ ਨਵੀਂ। ਇਸੇ ਕਰਕੇ ਜੇ ਤੁਹਾਡਾ ਵੀ ਬਹੁਤ ਵਧੀਆ ਕੋਈ ਆਈਡੀਆ ਹੈਗਾ ਨਾ, ਤੁਸੀਂ ਉਹਨੂੰ ਰੱਖ ਲਓ ਆਪਦੇ ਕੋਲੇ। ਅਤੇ ਜਿਹੜਾ ਤੁਹਾਡਾ ਸੈਕਿੰਡ ਬੈਸਟ ਆਈਡੀਆ ਹੈਗਾ ਨਾ, ਜਾਂ ਫਿਰ ਬਹੁਤ ਛੋਟਾ ਮੋਟਾ ਆਈਡੀਆ ਹੈਗਾ, ਜਿਹੜਾ ਤੁਹਾਨੂੰ ਲੱਗਦਾ ਠੀਕ ਹੈ ਯਾਰ, ਹੈ ਨਾ, ਹੋ ਸਕਦਾ ਹੈਗਾ, ਤੁਸੀਂ ਉਹਦੇ ਤੋਂ ਸਾਰਾ ਕੁਝ ਗਲਤੀਆਂ ਕਰਕੇ ਸਿੱਖੋ। ਦੈਟ ਇਜ਼ ਮਾਈ ਪਰਸਨਲ ਐਕਸਪੀਰੀਅੰਸ। ਕਿਸੇ ਤੋਂ ਮੈਂ ਇਹ ਨਹੀਂ ਦੇਖਿਆ ਕਿ ਕਿਸੇ ਹੋਰ ਨੇ ਇਹ ਚੀਜ਼ ਕੀਤੀ ਸੀਗੀ, ਬਟ ਇਫ ਯੂ ਵਾਂਟ ਟੂ ਟਰਾਈ ਸੇਮ ਥਿੰਗ ਜਿਵੇਂ ਮੈਂ ਕੀਤਾ ਹੈਗਾ, ਅਤੇ ਉਵੇਂ ਕਰੋ, ਤੁਸੀਂ ਬਹੁਤ ਸਿੱਖੋਗੇ, ਬਹੁਤ ਗਰੋ ਕਰੋਗੇ। ਐਂਡ ਮੇਰਾ ਇੱਕ ਉਹ ਵੀ ਹੈ ਕਿ ਜੇ ਤੁਹਾਡੇ ਕੋਲ ਕੋਈ ਐਕਸਟਰਾ ਆਰਡੀਨਰੀ ਰੀਅਲ ਏਸਟੇਟ ਦਾ ਆਈਡੀਆ ਹੈਗਾ, ਤੁਸੀਂ ਕਮੈਂਟ 'ਚ ਨਾ ਦੱਸਿਓ, ਮੇਰਾ ਇੰਸਟਾਗ੍ਰਾਮ ਜਾਂ ਸਨੈਪਚੈਟ ਆ ਰਿਹਾ ਹੋਊਗਾ, ਉੱਥੇ ਦੱਸਿਓ, ਆਪਾਂ ਉੱਤੇ ਵੀ ਵਰਕ ਕਰ ਸਕਦੇ ਹਾਂ ਇਕੱਠੇ, ਜੇ ਤੁਹਾਡਾ ਆਈਡੀਆ ਬਹੁਤ ਵਧੀਆ ਹੋਏ, ਹੈ ਨਾ। ਯਾ ਉਹ ਵੀ ਸੈਕਟਰ ਇੱਕ ਬਹੁਤ ਘੈਂਟ ਸੈਕਟਰ ਆ, ਬਹੁਤ ਪੈਸੇ ਵਾਲਾ ਸੈਕਟਰ ਆ। ਜੇ ਤੁਹਾਡੇ ਕੋਲ ਉਹਦਾ ਵੀ ਕੋਈ ਆਈਡੀਆ ਆ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਰਾਈਟ ਬੰਦੇ ਨਹੀਂ ਲੱਭ ਰਹੇ, ਤਾਂ ਆਪਾਂ ਗੱਲ ਕਰ ਸਕਦੇ ਹਾਂ, ਉਹ ਆਈਡੀਆ 'ਤੇ ਆਪਾਂ ਵਰਕ ਕਰ ਸਕਦੇ ਹਾਂ। ਹਾਂਜੀ, ਜੇ ਤੁਹਾਨੂੰ ਸਿਰਫ ਕਿਸੇ ਦੇ ਆਈਡੀਆ 'ਤੇ ਵਰਕ ਕਰਨ ਨੂੰ ਸ਼ੌਂਕ ਹੈਗਾ, ਉਵੇਂ ਸਾਡੇ ਕੋਲ ਵੀ ਕਾਫੀ ਆਈਡੀਆਜ਼ ਪਏ ਨੇ। ਮੇਰੇ ਐਕਚੁਅਲੀ 15 ਆਈਡੀਆਜ਼ ਪਾਈਪਲਾਈਨ 'ਤੇ ਪਏ ਨੇ, ਬਟ ਉਹਦੇ ਨਾਲ ਮੈਨੂੰ ਇਹ ਵੀ ਡਰ ਲੱਗਾ ਰਹਿੰਦਾ ਹੈਗਾ ਕਿ ਲਾਈਫ ਟਾਈਮ 'ਚ ਬੰਦਾ ਇੰਨੇ ਆਈਡੀਆਜ਼ 'ਤੇ ਕੰਮ ਨਹੀਂ ਕਰ ਸਕਦਾ, ਕਿਉਂਕਿ ਇੱਕ ਆਈਡੀਆ ਵੀ ਇੱਕ ਕੰਪਨੀ ਬਣ ਜਾਂਦਾ, ਇੱਕ ਕੰਪਨੀ ਕਿੰਨੇ ਸਾਲ ਖਾ ਜਾਂਦੀ ਹੈਗੀ ਆ। ਸੋ ਕਈ ਆਈਡੀਆਜ਼ ਜਾਂ ਕੋਈ ਹੋਰ ਕਰ ਲੂਗਾ ਉਨੀ ਦੇਰ ਤੱਕ, ਜਾਂ ਫਿਰ ਉਹ ਆਉਣਗੇ ਨਹੀਂ ਕਦੀ, ਹੈ ਨਾ, ਜਾਂ ਉਹਦੀ ਲੋੜ ਹੀ ਰਹਿ ਨਹੀਂ ਗਈ। ਸੋ ਜੇ ਤੁਸੀਂ ਮਕੈਨੀਕਲ 'ਚ ਹੈਗੇ ਹੋ, ਜੇ ਤੁਸੀਂ ਟੈਕਨੋਲੋਜੀ 'ਚ ਹੈਗੇ ਹੋ, ਇਲੈਕਟ੍ਰੋ ਮਕੈਨੀਕਲ 'ਚ ਹੈਗੇ ਹੋ, ਜੇ ਤੁਸੀਂ ਸੌਫਟਵੇਅਰ 'ਚ ਹੈਗੇ ਹੋ, ਦੱਸਿਓ, ਅਸੀਂ ਤੁਹਾਨੂੰ ਆਈਡੀਆ ਸ਼ੇਅਰ ਕਰ ਸਕਦੇ ਹਾਂ। ਜੇ ਤੁਹਾਡੇ ਕੋਲ ਕੋਈ ਐਕਸਟਰਾ ਆਰਡੀਨਰੀ ਆਈਡੀਆ ਹੈਗਾ, ਆਪਾਂ ਇਕੱਠੇ ਕੰਮ ਵੀ ਕਰ ਸਕਦੇ ਹਾਂ ਉੱਤੇ, ਕਿਉਂਕਿ ਸਾਨੂੰ ਗਰੋਥ ਨਾ ਮੈਟਰ ਹੈਗਾ, ਕੰਟੈਕਟਸ ਨਾ ਮੈਟਰ ਹੈਗਾ, ਦੈਨ ਮਨੀ, ਕਿਉਂਕਿ ਮਨੀ ਤਾਂ ਇੱਕ ਆਈਡੀਆ ਤੋਂ ਹੀ ਵਾਧੂ ਬੰਦਾ ਕਮਾ ਸਕਦਾ। ਮਨੀ ਤੇ ਇੱਕ ਵਾਰੀ ਤੁਹਾਨੂੰ ਮੈਂ ਦੱਸਾਂ, ਇੱਕ ਵਾਰੀ ਜੋ ਤੁਸੀਂ ਇੱਕ ਐਂਟਰਪ੍ਰੈਨਿਓਰ ਹੋ, ਤੁਸੀਂ ਆਈਡੀਆ ਆ ਗਿਆ ਤੁਹਾਡੇ ਕੋਲ, ਇੱਕ ਆਈਡੀਆ 'ਤੇ ਕੰਮ ਕਰਨਾ ਸ਼ੁਰੂ ਕਰਤਾ, ਤੁਸੀਂ ਉਹ ਆਈਡੀਆ ਨੂੰ ਪੈਸੇ ਬਣਾ ਕੇ ਦਿਖਾਤੇ ਲੋਕਾਂ ਨੂੰ ਕਿ ਮੈਂ ਇੱਦਾਂ ਕਰ ਸਕਦਾ, ਫਿਰ ਇਨਵੈਸਟਰ ਆਟੋਮੈਟਿਕਲੀ ਉਹਨੂੰ ਤੁਹਾਡੇ 'ਤੇ ਟਰਸਟ ਹੁੰਦਾ ਕਿ ਇਹ ਬੰਦਾ ਕੈਪੇਬਲ ਹੈਗਾ ਆ। ਉਹ ਬਸ ਇੱਕ ਕਹਿੰਦੇ ਨਾ ਕਿ ਤੀਰ ਨਿਸ਼ਾਨੇ ਦੇ ਇੱਕ ਵਾਰੀ ਲੱਗ ਗਿਆ ਨਾ, ਹਾਂਜੀ, ਤੇ ਫਿਰ ਨਜ਼ਾਰੇ ਆ ਤੁਹਾਡੇ, ਬੁੱਲੇ ਲੁੱਟੋਗੇ ਫਿਰ ਤੁਸੀਂ। ਥੋੜਾ ਸਟਰਗਲ ਆ, ਹਰ ਚੀਜ਼ 'ਚ ਹੀ ਹੁੰਦੀ ਆ ਸਟਰਗਲ। ਤੇ ਦੂਸਰੀ ਗੱਲ ਆ ਵੀ ਹੈਗੀ, ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਜੇ ਤੁਸੀਂ ਇਕੱਲੇ ਪੈਸੇ ਪਿੱਛੇ ਬਿਜ਼ਨਸ 'ਚ ਆ ਰਹੇ ਹੋ, ਫਿਰ ਨਹੀਂ ਤੁਸੀਂ ਕਰ ਸਕਦੇ, ਫਿਰ ਔਖਾ ਹੈ। ਜੇ ਤੁਸੀਂ ਪੈਸੇ ਕਰਕੇ YouTube 'ਚ ਆ ਰਹੇ ਹੋ, ਕਦੀ ਵੀ ਫਿਰ ਵੀ ਔਖਾ ਹੈ। ਜੇ ਤੁਸੀਂ ਪੈਸੇ ਕਰਕੇ ਕੋਈ ਹੋਰ ਬਿਜ਼ਨਸ 'ਚ ਵੀ ਆ ਰਹੇ ਹੈਗੇ ਹੋ, ਫਿਰ ਨਹੀਂ। ਜੇ ਤੁਹਾਡਾ ਸ਼ੌਂਕ ਹੈਗਾ ਤੇ ਨਾਲ ਉਹ ਤੁਹਾਡਾ ਸ਼ੌਂਕ ਦੇ 'ਚ ਪੈਸਾ ਵੀ ਕਨਵਰਟ ਹੋ ਰਿਹਾ ਹੈਗਾ, ਠੀਕ ਹੈ, ਫਿਰ ਜ਼ਰੂਰ ਆਓ, ਫਿਰ ਮਜ਼ਾ ਆਉਂਦਾ ਹੈਗਾ ਕੰਮ ਕਰਨ ਦਾ। ਮੈਂ ਤੁਹਾਨੂੰ ਦੱਸਾਂ, ਮੈਂ ਅੱਜ ਦੱਸ ਹੀ ਦਿੰਦਾ, ਮੈਂ YouTube ਕਿਉਂ ਸਟਾਰਟ ਕੀਤਾ ਸੀਗਾ। ਮੈਂ ਚਾਹੁੰਦਾ ਸੀਗਾ ਵੀ ਕਿ ਇੱਕ ਵਾਰੀ ਦੀ ਗੱਲ ਆ, ਗੋਲਡਨ ਟੈਂਪਲ ਸੀਗੇ, ਆਪਾਂ ਸੇਵਾ ਕਰ ਰਹੇ ਸੀਗੇ, ਮੈਂ ਤੇ ਮੇਰਾ ਫਰੈਂਡ। ਸੋ ਇੱਕ ਸਿੰਗਰ ਆਇਆ, ਸਿੰਗਰ/ਐਕਟਰ, ਮੈਂ ਉਹਦਾ ਨਾਮ ਨਹੀਂ ਲਊਂਗਾ, ਮੇਰਾ ਫਰੈਂਡ ਮੇਰੇ ਕੋਲ ਭੱਜਿਆ, ਕਹਿੰਦਾ ਫੋਨ ਦੇਈ। ਮੈਂ ਉਹਨੂੰ ਫੋਨ ਦਿੱਤਾ, ਮੈਂ ਦੇਖਿਆ ਜਾ ਕੇ ਉਹਨੇ ਫੋਟੋ ਖਿਚਾਈ, ਉਹਦਾ ਵੀ ਨਿਊਟਰਲ ਜਿਹਾ ਰਿਐਕਸ਼ਨ ਸੀਗਾ, ਨਾ ਕੋਈ ਗੱਲ ਨਾ ਕੋਈ ਬਾਤ। ਮੈਂ ਕਿਹਾ ਯਾਰ ਇਹ ਭੱਜਾ ਗਿਆ, ਮੈਨੂੰ ਕਹਿੰਦਾ ਤੂੰ ਨਹੀਂ ਖਿਚਾਉਣੀ, ਮੈਂ ਕਿਹਾ ਨਹੀਂ ਯਾਰ, ਤੇ ਮੈਂ ਕਿਹਾ ਯਾਰ ਨਹੀਂ ਮੈਂ ਨਹੀਂ ਖਿਚਾਉਣੀ ਫੋਟੋ। ਤੇ ਮੈਂ ਕਿਹਾ ਯਾਰ ਉਹ ਮੇਰਾ ਫਰੈਂਡ ਭੱਜਾ ਗਿਆ ਉਹਦਾ ਫੋਟੋ ਖਿਚਾਉਣ ਨੂੰ, ਮੈਂ ਕਿਹਾ ਉਹਦੇ 'ਚ ਇੰਨਾ ਕੀ ਖਾਸ ਆ, ਮੇਰੇ ਨਾਲ ਕਿਉਂ ਨਹੀਂ ਕੋਈ ਖਿਚਾ ਸਕਦਾ ਫੋਟੋ ਇੱਦਾਂ। ਮੈਂ ਉੱਥੋਂ ਫਿਰ ਬੜੀ ਪੁਰਾਣੀ ਗੱਲ ਆ ਇਹ, ਛੋਟੇ ਹੁੰਦਿਆਂ ਦੀ। ਫਿਰ ਮੈਂ ਕਿਹਾ ਯਾਰ ਕੁਛ ਤਾਂ ਕਰਨਾ, ਫਿਰ ਮੈਨੂੰ ਸਮਝ ਨਹੀਂ ਆਇਆ। ਫਿਰ ਮੈਂ ਸਰੀ ਆਇਆ ਜਦੋਂ ਮੇਨਲੈਂਡ ਸੀਗਾ, ਮੈਂ ਕਿਹਾ ਯਾਰ ਕੁਛ ਕਰੀਏ ਜਿਸ 'ਚ ਗਰੋਥ ਹੋਏ, ਪੈਸਾ ਨਹੀਂ ਗਰੋਥ ਹੋਏ। ਜਿੱਥੇ ਗਰੋਥ ਹੁੰਦੀ ਆ ਪੈਸਾ ਆਟੋਮੈਟਿਕਲੀ ਆ ਜਾਂਦਾ। ਸਹੀ ਗੱਲ, ਠੀਕ ਆ। ਤੇ ਇਹਦੇ ਨਾਲ ਮੈਂ ਕਿਹਾ ਕਿ ਚਲੋ YouTube ਸ਼ੁਰੂ ਕਰਦੇ ਹਾਂ ਹੁਣ। 2 ਸਾਲ ਹੋ ਗਏ YouTube ਚੈਨਲ ਕਰਦੇ ਆਪਾਂ ਨਜ਼ਾਰੇ ਨਾਲ, ਜਦੋਂ ਦਿਲ ਕਰਦਾ ਵੀਡੀਓ ਪਾ ਦਿੱਤੀ ਹੈ। ਹੋ ਗਿਆ 92 ਨਹੀਂ 92 ਨਹੀਂ। ਐਂਡ ਟਰਾਈ ਕਰਦੇ ਹੁਣ ਵੀ, ਟਰਾਈ ਕਰਾਂਗੇ ਕਿ ਅਪਲੋਡ ਜ਼ਿਆਦਾ ਕਰਿਆ ਕਰੀਏ, ਹੈ ਨਾ। ਡੈਫੀਨੇਟਲੀ, ਕਿਉਂਕਿ ਤੁਹਾਡੀ ਆਡੀਅנס ਤੁਹਾਨੂੰ ਪਿਆਰ ਕਰਦੀ ਹੈ, ਤੁਹਾਨੂੰ ਵਾਰ-ਵਾਰ ਦੇਖਣਾ ਚਾਹੁੰਦੀ ਹੈਗੀ। ਹਾਂ, ਮੈਨੂੰ ਇੰਨੇ ਮੈਸੇਜ ਆਉਂਦੇ ਹੈਗਾ ਨਾ ਕਿ ਭਾਜੀ ਅਪਲੋਡ ਕਰਿਆ ਕਰੋ, ਅਪਲੋਡ ਨਹੀਂ ਕਰਦੇ ਤੁਸੀਂ। ਕਈ ਬੰਦੇ ਫਿਰ ਤੁਸੀਂ ਵੀ ਆਪਦੇ ਹੋਰ ਫਰੈਂਡ ਸਰਕਲ 'ਚ ਫੈਲਾਓ, ਤੁਹਾਨੂੰ ਥੋੜਾ ਰਿਸਪੌਂਸ ਪਾ ਲੱਗੇ। ਕੁਐਸਚਨਸ ਵਧੀਆ ਕਰਿਆ ਕਰੋ ਕਮੈਂਟ 'ਚ, ਤਾਂ ਕਿ ਅਸੀਂ ਵਧੀਆ ਤੁਹਾਨੂੰ ਕਈ ਗਏ। ਹੁਣ ਮੈਂ ਗੱਲ ਕਰਨੀ ਚਾਹੁੰਦਾ ਹੇਟਰਸ ਦੀ, ਮੈਂ ਕਦੀ ਗੱਲ ਨਹੀਂ ਕੀਤੀ, ਟੌਪਿਕ ਨਹੀਂ ਛੇੜਿਆ। ਕਈ ਉੱਦਾਂ ਹੀ ਵੀ
ਗਾਲਾਂ ਕੱਢੀਆਂ ਹੁੰਦੀਆਂ ਉਹਨਾਂ ਨੇ ਥੱਲੇ ਕਮੈਂਟ 'ਚ। ਮੈਨੂੰ ਪਤਾ ਯਾਰ ਉਹ ਵੀ ਵਿਚਾਰੇ ਕਈਆਂ ਦੀਆਂ ਫੈਮਿਲੀ ਪ੍ਰੋਬਲਮ ਹੁੰਦੀ ਆ, ਫਰਸਟ੍ਰੇਟਡ ਹੁੰਦੇ ਆ, ਹੈ ਨਾ, ਉਹ ਵੀਡੀਓ 'ਚ ਕੁਝ ਹੋਰ ਦੇਖਣਾ ਚਾਹੁੰਦੇ ਆ, ਉਹਨਾਂ ਨੂੰ ਕੁਝ ਹੋਰ ਦਿਖ ਜਾਂਦਾ, ਫਿਰ ਥੱਲੇ ਗਾਲਾਂ ਕੱਢ ਜਾਂਦੇ ਆਪਣੀ ਫਰਸਟ੍ਰੇਸ਼ਨ ਕੱਢ ਕੇ। ਉਹ ਵੀ ਠੀਕ ਆ, ਪਰ ਕਈ ਤੇ ਦਿਲ ਤੇ ਲੈ ਲੈਂਦੇ ਆ। ਹੁਣ ਆਪਾਂ ਦੇਖੋ ਜੀ, ਇੱਧਰੋਂ ਸੁਣ ਕੇ ਇੱਧਰੋਂ ਕੱਢ ਦਿੱਤੀ ਆ। ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ। What do you think about that? ਕਈ ਵਾਰ ਤੁਹਾਨੂੰ ਤੁਹਾਡੇ ਕ੍ਰਿਟਿਕਸ ਹੀ ਬਹੁਤ ਅੱਗੇ ਲੈ ਕੇ ਜਾਂਦੇ ਹੈਗੇ ਆ, ਸੋ ਉਹ ਪਾਰਟ ਆਫ ਲਾਈਫ ਹੈ। ਤੁਹਾਨੂੰ ਸਾਰਾ ਕੁਝ ਵਧੀਆ ਨਹੀਂ ਮਿਲੂਗਾ, ਭੁੱਲ ਜਾਓ। ਪੋਜ਼ਿਟਿਵ ਸਪੋਰਟ ਵੀ ਬਹੁਤ ਆਉਂਦੀ ਗਿਆ। ਕਈ ਬੰਦੇ ਇਹੋ ਜਿਹੇ ਹੈਗੇ ਆ, ਬਹੁਤ ਸਪੋਰਟ ਕਰਦੇ ਆ, ਬਹੁਤ ਜ਼ਿਆਦਾ। ਲੈਜੈਂਡ ਐਗਜ਼ਾਮਪਲ ਆਪਣੇ ਕੋਲ ਹੈਗੀ ਆ ਸਿੱਧੂ ਮੂਸੇਵਾਲਾ, ਰਾਈਟ? ਕਿੰਨੇ ਲੋਕਾਂ ਨੇ ਕ੍ਰਿਟਿਸਾਈਜ਼ ਕੀਤਾ ਹੈਗਾ। ਯਾਰ ਦੱਸਾਂ ਗੱਲ ਕੀ ਹੈਗੀ ਆ, ਜਿਹੜੀ ਚੀਜ਼ ਚੱਲਦੀ ਹੈਗੀ ਨਾ ਉਹਨੂੰ ਕ੍ਰਿਟਿਸਾਈਜ਼ ਕਰਨਾ ਹੀ ਆ ਲੋਕਾਂ ਨੇ, ਸਿੱਧੀ ਜੀ ਗੱਲ ਆ। ਹੁਣ ਕਿੰਨੇ ਚੜ ਗਏ ਤੇ ਕਿੰਨੇ ਲੈ ਗਏ, ਹੈ ਨਾ, ਉਹ ਉੱਥੇ ਦਾ ਉੱਥੇ ਹੀ ਆ। ਸੋ ਕਹਿੰਦੇ 15 ਦਿਨਾਂ 'ਚ 9 ਗੀਤ ਆਉਂਦੇ ਨੇ, ਮੈਂ ਵੀ 15 ਦਿਨਾਂ 'ਚ 9 ਵਲੌਗ ਪਾਉਣੇ ਆ। ਜਿਵੇਂ ਛੋਟੇ ਬਿਜ਼ਨਸ ਐਗਜ਼ਾਮਪਲ ਦਾ ਅਸੀਂ ਪਿੱਛੇ ਦੇਖੇ ਹਟੇ ਆ, ਇੱਥੇ ਹੁੰਦੀ ਫਾਰਮਰਸ ਮਾਰਕੀਟ। ਜੇ ਕਿਸੇ ਨੇ ਸ਼ਾਰਟ ਲੈਵਲ ਤੋਂ ਸਟਾਰਟ ਕਰਨਾ ਗਾ, ਮਾਰਕੀਟ ਚੈੱਕ ਕਰਨੀ ਹੈਗੀ ਆ, ਜਿਵੇਂ ਆਨਲਾਈਨ ਜੇ ਚੈੱਕ ਕਰਨੀ, ਤੁਸੀਂ ਫੇਸਬੁੱਕ ਮਾਰਕੀਟ ਪਲੇਸ ਤੋਂ ਚੈੱਕ ਕਰ ਸਕਦੇ ਹੈਗੇ ਹੋ ਕਿ ਤੁਹਾਡਾ ਆਈਡੀਆ ਚੱਲਦਾ ਹੈ, ਤੁਹਾਡਾ ਜਾਂ ਆਈਡੀਆ ਨਹੀਂ ਹੈ, ਤੁਹਾਡਾ ਪ੍ਰੋਡਕਟ ਹੈਗਾ ਜਾਂ ਕੁਛ ਸਮਥਿੰਗ ਲਾ ਜਾਟਣਾ, ਉਹ ਚੀਜ਼ ਚੱਲਦੀ ਹੈ ਨਹੀਂ ਚੱਲਦੀ ਹੈਗੀ ਆ। ਛੋਟੇ ਲੈਵਲ 'ਤੇ ਤੁਸੀਂ ਟੈਸਟਿੰਗ ਕਰਨੀ ਹੈਗੀ ਆ। ਫੇਸਬੁੱਕ ਆ ਬਹੁਤ ਵਧੀਆ ਚੀਜ਼ ਆ, ਫੇਸਬੁੱਕ ਦੀ ਮਾਰਕੀਟ ਪਲੇਸ। ਤੁਸੀਂ ਜੇ ਕੋਈ ਆਪਣਾ ਆਈਡੀਆ ਟੈਸਟ ਕਰਨਾ ਚਾਹੁੰਦੇ ਹੋ, ਹੈ ਨਾ, ਉੱਥੇ ਤੁਹਾਡਾ ਆਈਡੀਆ ਟੈਸਟ ਹੋ ਜਾਂਦਾ ਆ। ਹਾਂਜੀ, ਉਵੇਂ ਹੀ ਫਾਰਮਰਸ ਮਾਰਕੀਟ ਹੁੰਦੀ ਹੈਗੀ ਆ। ਸੇਮ ਚੀਜ਼ਾਂ ਬਣਾਈਆਂ ਨੇ ਜਿਵੇਂ ਪੁਰਾਣੇ ਜ਼ਮਾਨੇ 'ਚ ਵੀ ਹੁੰਦੀਆਂ ਸੀਗੀਆਂ, ਹੁਣ ਵੀ ਹੁੰਦੀਆਂ ਨੇ, ਬਸ ਲੱਭਣਾ ਪੈਂਦਾ ਗਾ। ਲੱਭਣ 'ਤੇ ਸਾਰਾ ਕੁਝ ਮਿਲ ਜਾਂਦਾ। ਉਹੀ ਮੈਂ ਗੱਲ ਕਰ ਰਿਹਾ ਸੀ ਨਾ, ਲੱਭੀਏ ਕਿੱਦਾਂ? ਲੱਭਣ ਵਾਸਤੇ ਪੇਸ਼ੈਂਸ ਚਾਹੀਦਾ ਹੈਗਾ। ਤੁਹਾਨੂੰ ਕੋਈ ਰਸਤਾ ਪਹਿਲਾਂ ਨਹੀਂ ਪ੍ਰੀ ਡਿਫਾਈਨਡ ਹੋਏਗਾ ਕਿ ਲਾਈਕ ਹਾਂ ਆਹ ਰਸਤਾ ਫੋਲੋ ਕਰ ਲਓ, ਉੱਥੇ ਹੋ ਜਾਏਗਾ। ਕਈ ਕੰਪਨੀਜ਼ ਟਰਾਈ ਕਰ ਰਹੀਆਂ ਨੇ, ਜਿਵੇਂ ਬਿਜ਼ਨਸ ਇਨਕਿਊਬੇਟਰਸ ਐਂਡ ਬਿਜ਼ਨਸ ਐਕਸਲਰੇਟਰ ਹੁੰਦੇ ਨੇ ਫॉर ਟੈਕ ਬਿਜ਼ਨਸਿਸ ਓਨਲੀ, ਹਾਂਜੀ, ਤੁਹਾਨੂੰ ਹੈਲਪ ਕਰਨ ਵਾਸਤੇ। ਬਟ ਉਹ ਵੀ ਉਹਨਾਂ ਕੰਡੀਸ਼ਨਸ ਬਹੁਤ ਜ਼ਿਆਦਾ ਹਾਈ ਹੁੰਦੀਆਂ ਨੇ, ਬਸ ਤੁਹਾਨੂੰ ਮਿਲਦੇ ਨੇ, ਪਰ ਟਰਾਈ ਕਰਨ 'ਤੇ ਹੀ ਆ। ਮੈਂ ਉਹੀ ਕਹਿ ਰਿਹਾ ਨਾ, ਇੱਕ ਵਾਰੀ ਤੁਹਾਡਾ ਜਦੋਂ ਬਿਜ਼ਨਸ ਚੱਲ ਗਿਆ, ਹੈ ਨਾ, ਪਰ ਚੱਲਣ ਤੱਕ ਹੀ ਬਹੁਤ ਔਖਾ ਹੁੰਦਾ। ਉਹੀ ਤੇ ਗੱਲ ਹੈ ਨਾ, ਉਹੀ ਤੇ ਗੱਲ ਹੈ। ਇੱਕ ਵਾਰੀ ਜੋ ਚੱਲ ਗਿਆ, ਇੱਕ ਤੁਹਾਨੂੰ ਦੱਸ ਦੇਣਾ ਗਾ, ਮੈਕਸਿਮਮ ਕਹਿ ਰਿਹਾ ਗਿਆ 80 to 90% ਬਿਜ਼ਨਸਿਸ ਪਹਿਲੇ 5 ਸਾਲਾਂ 'ਚ ਬੰਦ ਹੋ ਜਾਂਦੇ ਨੇ। ਰੀਜ਼ਨ ਇਹੀ ਹੈਗਾ ਕਿ ਲੋਕੀ ਪ੍ਰੋਪਰਲੀ ਪਲਾਨ ਥਰੂ ਨਹੀਂ ਕਰ ਪਾਉਂਦੇਗੇ ਜਾਂ ਫੰਡਿੰਗ ਰੁਕ ਜਾਂਦੀ ਆ, ਬੜਾ ਕੁਛ ਹੋ ਜਾਂਦਾ ਹੈਗਾ। ਸੋ ਉਹਦੇ ਚੱਕਰ ਦੇ ਵਿੱਚ ਤੁਹਾਨੂੰ ਪਹਿਲਾਂ ਪਲਾਨ ਕਰਨਾ ਚਾਹੀਦਾ ਹੈਗਾ, ਬਿਜ਼ਨਸ ਕਿੱਦਾਂ ਤੁਸੀਂ ਸਪੋਰਟ ਕਰਨਾ, ਰਨ ਕਰਨਾ। ਜਿਵੇਂ ਜਿਵੇਂ ਬਿਜ਼ਨਸ ਵੱਡਾ ਹੋ ਰਿਹਾ ਹੈਗਾ, ਖਰਚੇ ਬਹੁਤ ਵੱਧਦੇ ਨੇ, ਅਤੇ ਕੋਵਿਡ-19 ਨੇ ਵੱਡੇ ਬਿਜ਼ਨਸ ਹਿਲਾ ਕੇ ਰੱਖਦੇ ਨੇ, ਬੈਂਕਰਪਟ ਹੋ ਰਹੀਆਂ ਨੇ ਕੰਪਨੀਆਂ। ਸੋ ਸੋਚ ਕੇ ਚੱਲਣਾ ਚਾਹੀਦਾ ਬੰਦੇ ਨੂੰ। ਸਾਡੇ ਬੈਂਕ ਪ੍ਰੋਫਿਟ ਆ ਰਹੇ ਹੈਗੇ, ਲੋਕੀ ਬੈਂਕਰਪਟ ਹੋ ਰਹੇ ਆ। ਪੇਸ਼ੈਂਸ ਚਾਹੀਦਾ ਹੁੰਦਾ। ਤੁਹਾਡਾ ਕਈ ਆਈਡੀਏ ਤਾਂ ਲਿਟਰਲੀ ਕੋਵਿਡ-19 ਦੇ ਕਰਕੇ ਹੀ ਚੱਲਣਗੇ ਹੁਣ। ਹਾਂ, ਇਹ ਤਾਂ ਹੈ। ਓਏ ਹੋਏ, ਅੱਜ ਲਈ ਬਸ ਕਰੀਏ ਫਿਰ? ਮੈਨੂੰ ਲੱਗਦਾ ਅੱਜ ਲਈ ਇਨਫ ਹੋਣਾ। ਕਾਫੀ ਅੱਜ ਲਈ ਕਾਫੀ ਹੋਣਾ ਹੈ ਟੌਪਿਕ। ਅੱਜ ਕਾਫੀ ਨੌਲੇਜ ਹੈ, ਕਾਫੀ ਮੈਨੂੰ ਲੱਗਦਾ ਆਪਾਂ ਕਾਫੀ ਹੱਦ ਤੱਕ ਗੱਲਾਂ ਕਰ ਲਈਆਂ, ਉੱਤੋਂ ਤੋਂ ਕੀਤੀਆਂ, ਪਰ ਹੌਲੀ ਹੌਲੀ ਆਪਾਂ ਇਨ ਡੈਪਥ ਜਾਵਾਂਗੇ ਟੌਪਿਕ ਤੇ। ਦੱਸ ਦਿਓ ਕਿ ਕਿਹੜੇ ਤੁਹਾਨੂੰ ਸੁਣਨਾ ਚਾਹੁੰਦੇ ਹੈਗੇ ਹੋ ਡਿਟੇਲ 'ਚ, ਜਾਂ ਕਿੱਦਾਂ ਹੀ ਸਪੋਰਟ ਕਰ ਸਕਦੇ ਹੈਗੇ ਆ, ਵਾਟ ਐਵਰ, ਰਾਈਟ? ਜਾਂ ਐਂਡ ਜੇ ਤੁਸੀਂ ਚਾਹੁੰਦੇ ਆਪਾਂ ਤੁਹਾਨੂੰ ਵੀ ਸਪੋਰਟ ਕਰੀਏ, ਤੁਸੀਂ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ ਕਿ ਤੁਹਾਨੂੰ ਜੇ ਕੋਈ ਹੈਲਪ ਚਾਹੀਦੀ, ਆਪਾਂ ਜ਼ਰੂਰ ਹੈਲਪ ਵੀ ਟਰਾਈ ਕਰਾਂਗੇ ਆਪਣੀ ਪੂਰੀ, ਕਿ ਤੁਹਾਡੀ ਹੈਲਪ ਕਰ ਸਕੀਏ ਕਿਸੇ ਵੀ ਆਈਡੀਆ ਦੇ ਵਿੱਚ। ਐਂਡ ਥੈਂਕ ਯੂ ਫॉर ਵਾਚਿੰਗ। ਅਗਲੀ ਵੀਡੀਓ 'ਚ ਮਿਲਦੇ ਹਾਂ ਆਪਾਂ। ਓਕੇ, ਠੀਕ ਹੈ ਜੀ, ਬਾਏ। ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਇਓ, ਬਾਕੀ ਤੁਹਾਡੀ ਮਰਜ਼ੀ ਹੈ ਜੀ। ਠੀਕ ਹੈ ਜੀ।